ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਕੁਝ ਸਮੇਂ ਤੋਂ ਅਸੀਂ ਬਾਬਾ ਫਰੀਦ ਜੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਔਰ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਅੱਜ ਅਸੀਂ ਬਾਬਾ ਫਰੀਦ ਜੀ ਦੇ 99 ਨੰਬਰ ਸ਼ਲੋਕ ਤੋਂ ਵਿਚਾਰ ਆਰੰਭ ਕਰ ਰਹੇ ਹਾਂ। ਇਹ ਪਾਵਨ ਸ਼ਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1383 ਤੇ ਅੰਕਿਤ ਹੈ। ਫਰੀਦਾ ਦਰਿਆਵੇ ਕੰਨੇ ਬਗੁਲਾ ਬੈਠਾ ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚਿਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਦਰਿਆਵੇ ਕੰਨੇ, ਇੱਥੇ ਕੰਨੇ ਦੇ ਨੰਨੇ ਥੱਲੇ ਹਾਹਾ ਹੈ। ਕੰਨੇ ਇਹਨੂੰ ਥੋੜਾ ਭਾਰਾ ਕਰਕੇ ਪੜਾਂਗੇ। ਕੰਨੇ ਨੇ ਨਹੀਂ ਬੁਲਾਵਾਂਗੇ, ਦੁਲਾਵਾ ਬੁਲਾਵਾਂਗੇ ਕੰਨੇ। ਤੇ ਬਗਲਾ ਨਹੀਂ ਪੜਾਂਗੇ, ਬਗੁਲਾ ਪੜਾਂਗੇ ਕਿਉਂਕਿ ਗੱਗੇ ਥੱਲੇ ਔਂਕੜ ਹੈ। ਦਰਿਆ ਦਾ ਮਤਲਬ ਨਦੀ, ਦਰਿਆ। ਕੰਨੇ ਦਾ ਮਤਲਬ ਕੰਢੇ ਤੇ। ਕੇਲ ਦਾ ਮਤਲਬ ਕਲੋਲਾਂ ਕਰਨੀਆਂ, ਮੌਜਾਂ ਮਾਣਨੀਆਂ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਦਰਿਆ ਦੇ ਕੰਢੇ ਤੇ ਬੈਠਾ ਹੋਇਆ ਬਗਲਾ ਕਲੋਲ ਕਰ ਰਿਹਾ ਹੈ। ਤੇ ਇੱਥੇ ਬਗਲੇ ਦੀ ਮਿਸਾਲ ਲਈ ਹੈ। ਗੱਲ ਬੰਦੇ ਵਾਸਤੇ ਕਹੀ ਜਾ ਰਹੀ ਹੈ ਕਿ ਬੰਦਾ ਜਗਤ ਦੇ ਰੰਗ ਤਮਾਸ਼ਿਆਂ ਵਿੱਚ ਮਸਤ ਹੈ। ਜਿਵੇਂ ਬਗਲਾ ਮਸਤ ਹੁੰਦਾ ਨਾ, ਦਰਿਆ ਦੇ ਕਿਨਾਰੇ ਵਿੱਚ ਕਲੋਲਾਂ ਕਰਦਾ ਹੈ ਤੇ ਮਸਤ ਹੁੰਦਾ ਹੈ, ਐਵੇਂ ਜੋ ਬੰਦਾ ਹੈ ਇਹ ਵਿਕਾਰਾਂ ਦੇ ਅੰਦਰ, ਰੰਗ ਤਮਾਸ਼ਿਆਂ ਦੇ ਅੰਦਰ, ਚਸਕਿਆਂ ਦੇ ਵਿੱਚ ਬਿਲਕੁਲ ਮਸਤ ਹੈ। ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਹੰਝ ਦਾ ਮਤਲਬ ਹੰਸ ਵਰਗਾ ਚਿੱਟਾ ਬਗਲਾ। ਅਚਿੰਤੇ ਦਾ ਮਤਲਬ ਅਚਨਚੇਤ। ਅਚਨਚੇਤ ਹੰਸ ਵਰਗੇ ਚਿੱਟੇ ਬਗਲੇ ਨੂੰ, ਕਲੋਲ ਕਰਦੇ ਨੂੰ ਬਾਜ ਆ ਪਏ ਤੇ ਬਾਜ ਨੇ ਫੜ ਲਿਆ, ਮੌਤ। ਇਸੇ ਤਰ੍ਹਾਂ ਵਿਕਾਰਾਂ ਦੇ ਅੰਦਰ ਜਿਹੜਾ ਗਰਸਿਆ ਹੋਇਆ ਬੰਦਾ ਹੈ, ਜਿਹੜਾ ਅਚੇਤ ਹੈ, ਬੇਸਮਝ ਹੈ, ਜਿਹੜਾ ਇਹਨਾਂ ਦੇ ਰਿਜ਼ਲਟ ਨੂੰ ਨਹੀਂ ਵਿਚਾਰ ਰਿਹਾ, ਆਖਿਰ ਨੂੰ ਅਚਨਚੇਤ ਮੌਤ ਆ ਘੇਰਦੀ ਹੈ। ਯਾਨੀ ਉਹ ਆਤਮਿਕ ਮੌਤੇ ਮਰ ਜਾਂਦਾ ਹੈ। ਉਹਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ। ਪਤਾ ਵੀ ਨਹੀਂ ਲੱਗਦਾ ਕਿ ਇਨਸਾਨੀਅਤ ਕਦੋਂ ਮਰ ਗਈ, ਪਤਾ ਵੀ ਨਾ ਲੱਗਾ ਜ਼ਮੀਰ ਕਦੋਂ ਮਰ ਗਈ। ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਜਦੋਂ ਬਾਜ ਆ ਕੇ ਪੈਂਦੇ ਨੇ ਤਾਂ ਬਗਲੇ ਨੂੰ ਸਾਰੀਆਂ ਜਿਹੜੀਆਂ ਕੇਲਾਂ ਨੇ, ਕਲੋਲ ਨੇ, ਰੰਗ ਤਮਾਸ਼ੇ ਨੇ ਭੁੱਲ ਜਾਂਦੇ ਨੇ। ਹੁਣ ਉਹਨੂੰ ਪ੍ਰਤੱਖ ਮੌਤ ਨਜ਼ਰੀ ਪੈ ਰਹੀ ਹੈ। ਜੋ ਮਨ ਚਿਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਇਹ ਜੋ ਗਾਲੀ ਲਿਖਿਆ ਹੈ ਨਾ, ਗਾਲੀ, ਲੱਲੇ ਦੀ ਬਿਹਾਰੀ ਦੇ ਨਾਲ ਬਿੰਦੀ ਲਾਣੀ ਹੈ। ਗਾਲੀ, ਗੱਲਾਂ। ਜੋ ਮਨ ਚਿਤ ਨਾ ਚੇਤੇ ਸਨ, ਜਿਹੜੀਆਂ ਗੱਲਾਂ ਚੇਤੇ ਵੀ ਨਹੀਂ ਸਨ, ਸੋ ਗਾਲੀ ਰੱਬ ਕੀਆਂ, ਰੱਬ ਨੇ ਉਹ ਗੱਲਾਂ ਕਰ ਦਿੱਤੀਆਂ। ਯਾਨੀ ਮੌਤ ਉਸ ਬਗਲੇ ਨੂੰ ਚੇਤੇ ਵੀ ਨਹੀਂ ਸੀ। ਉਹ ਤੇ ਡੱਡੀਆਂ ਮੱਛੀਆਂ ਫੜਨ ਵਿੱਚ ਮਸਤ ਸੀ, ਭੱਜ ਨਸ ਕਰ ਰਿਹਾ ਸੀ, ਆਨੰਦ ਮਾਣ ਰਿਹਾ ਸੀ। ਉਹਨੂੰ ਇਹ ਚੇਤੇ ਵੀ ਨਹੀਂ ਸੀ, ਚੇਤੇ ਵੀ ਨਹੀਂ ਸੀ ਕਿ ਮੈਨੂੰ ਕੇਲ ਕਰਦੇ ਨੂੰ, ਹੰਸ ਵਰਗੇ ਬਗਲੇ ਨੂੰ ਬਾਜ ਵੀ ਪੈ ਸਕਦੇ ਨੇ, ਮੌਤ ਵੀ ਆ ਸਕਦੀ ਹੈ। ਉਹਨੂੰ ਚੇਤੇ ਵੀ ਨਹੀਂ ਸੀ। ਤੇ ਉਹ ਗੱਲ ਹੋ ਗਈ ਜਿਹੜੀ ਚੇਤੇ ਵਿੱਚ ਹੈ ਹੀ ਨਹੀਂ ਸੀ, ਜਿਹਦੇ ਬਾਰੇ ਕਦੇ ਸੋਚਿਆ ਵੀ ਨਹੀਂ ਸੀ। ਹੁਣ ਗੱਲ ਇੱਥੇ ਕੇਵਲ ਉਸ ਬਗਲੇ ਦੀ ਨਹੀਂ ਹੋ ਰਹੀ, ਉਹ ਤਾਂ ਇੱਕ ਮਿਸਾਲ ਲਈ ਹੈ। ਗੱਲ ਹੋ ਰਹੀ ਹੈ ਆਮ ਬੰਦੇ ਦੀ। ਇਹ ਜੋ ਬੰਦਾ ਹੈ ਵਿਸ਼ੇ ਵਿਕਾਰਾਂ ਦੇ ਵਿੱਚ ਮਸਤ ਹੋ ਜਾਂਦਾ ਹੈ, ਕਾਮ ਕ੍ਰੋਧ ਵਿੱਚ, ਲੋਭ ਹੰਕਾਰ ਵਿੱਚ, ਈਰਖਾ ਦਵੇਸ਼ ਵਿੱਚ, ਦੁਨੀਆ ਦੇ ਚਸਕਿਆਂ ਦੇ ਅੰਦਰ, ਤੇ ਇਨਸਾਨੀਅਤ ਨੂੰ ਭੁੱਲ ਜਾਂਦਾ ਹੈ, ਰੱਬੀ ਗੁਣਾਂ ਨੂੰ ਭੁੱਲ ਜਾਂਦਾ ਹੈ, ਰੱਬੀ ਰਜ਼ਾ ਨੂੰ ਭੁੱਲ ਜਾਂਦਾ ਹੈ, ਚੰਗੇ ਸ਼ੁਭ ਕਰਮਾਂ ਨੂੰ ਭੁੱਲ ਜਾਂਦਾ ਹੈ ਤੇ ਕੇਲਾਂ ਕਰਦਾ ਹੈ। ਤੇ ਕਲੋਲਾਂ ਕਰਦੇ ਨੂੰ ਬਾਜ ਆ ਪੈਂਦੇ ਨੇ, ਭਾਵ ਕਿ ਸੱਚ ਦੇ ਨਾਲੋਂ ਟੁੱਟੇ ਹੋਏ ਬੰਦੇ ਨੂੰ ਆਤਮਿਕ ਮੌਤ ਆ ਘੇਰਦੀ ਹੈ। ਔਰ ਇਹਨਾਂ ਵਿਕਾਰਾਂ ਦੇ ਵਿੱਚ ਖਚਤ ਰਹਿੰਦਿਆਂ ਇਸ ਬੰਦੇ ਦੇ ਅੰਦਰੋਂ ਇਨਸਾਨੀਅਤ ਹੀ ਖਤਮ ਹੋ ਜਾਂਦੀ ਹੈ। ਜੋ ਗੱਲ ਚੇਤੇ ਵੀ ਨਹੀਂ ਸੀ ਉਹ ਗੱਲ ਹੋ ਜਾਂਦੀ ਹੈ, ਭਾਵ ਕਿ ਇਹ ਆਤਮਿਕ ਮੌਤੇ ਮਰ ਜਾਂਦਾ ਹੈ। ਇੱਕ ਅਰਥ ਤੇ ਇਹ ਹੈ। ਤੇ ਇੱਥੇ ਵੀ ਸਾਨੂੰ ਇਹ ਚੀਜ਼ ਸਮਝਾਈ ਜਾ ਰਹੀ ਹੈ ਕਿ ਅਸੀਂ ਵਿਕਾਰਾਂ ਦੇ ਵਿੱਚ ਖਚਤ ਨਹੀਂ ਹੋਣਾ,
ਕਿਉਂਕਿ ਵਿਕਾਰਾਂ ਦੇ ਵਿੱਚ ਖਚਿਤ ਹੋਣ ਦੇ ਨਾਲ ਮਨੁੱਖ ਆਤਮਿਕ ਮੌਤੇ ਮਰ ਜਾਂਦਾ ਹੈ, ਤੇ ਜਿਹੜੀਆਂ ਗੱਲਾਂ ਇਹਦੇ ਚੇਤੇ ਵੀ ਨਹੀਂ ਨਾ ਹੁੰਦੀਆਂ, ਉਹ ਇਹਦੀ ਜ਼ਿੰਦਗੀ ਵਿੱਚ ਵਾਪਰ ਜਾਂਦੀਆਂ। ਬੰਦਾ ਕਦੇ ਸੋਚਦਾ ਵੀ ਨਹੀਂ ਕਿ ਮੈਂ ਇਹਨਾਂ ਵਿਕਾਰਾਂ ਵਿੱਚ ਖਚਿਤ ਰਹਾਂਗਾ ਤਾਂ ਮੇਰੀ ਜ਼ਿੰਦਗੀ 'ਚ ਦੁੱਖ ਹੋ ਜਾਏਗਾ। ਕਈ ਵਾਰ ਅਸੀਂ ਦੇਖਦੇ ਹਾਂ ਨਾ, ਘਰਾਂ ਪਰਿਵਾਰਾਂ ਵਿੱਚ ਬੰਦਾ ਇੱਕ ਦੂਜੇ ਦੇ ਨਾਲ ਹੇਰਾ ਫੇਰੀ ਕਰ ਜਾਂਦਾ, ਕੋਈ ਛੋਟੀ ਮੋਟੀ, ਕੋਈ ਚੁਗਲੀ ਨਿੰਦਿਆ ਕਰ ਦਿੱਤੀ, ਤੇ ਜਦੋਂ ਹੇਰਾ ਫੇਰੀ ਕਰ ਰਿਹਾ ਹੁੰਦਾ ਨਾ, ਉਦੋਂ ਉਹਦੇ ਮਨ ਦੇ ਅੰਦਰ ਉਹਦਾ ਰਿਜ਼ਲਟ ਨਹੀਂ ਆਉਂਦਾ ਕਿ ਇਹਦਾ ਰਿਜ਼ਲਟ ਇਹ ਵੀ ਨਿਕਲ ਸਕਦਾ ਹੈ। ਪਰ ਜਦੋਂ ਹੇਰਾ ਫੇਰੀ ਕੋਈ ਕਰ ਬੈਂਦਾ ਹੈ, ਕੋਈ ਵਿਕਾਰ ਕਮਾ ਬੈਂਦਾ ਹੈ, ਫਿਰ ਉਹਦਾ ਜਦੋਂ ਰਿਜ਼ਲਟ ਨਿਕਲਦਾ ਹੈ, ਰਿਸ਼ਤਾ ਟੁੱਟਦਾ ਹੈ, ਦੁੱਖ ਵਾਪਰਦੇ ਨੇ, ਉਦੋਂ ਫਿਰ ਹੋਸ਼ ਆਉਂਦੀ ਹੈ ਵੀ ਯਾਰ ਮੈਂ ਤੇ ਸੋਚਿਆ ਵੀ ਨਹੀਂ ਸੀ ਕਿ ਐਵੇਂ ਵੀ ਹੋ ਸਕਦਾ ਹੈ। ਤਾਂ ਬੰਦਾ ਦੁੱਖ ਪਾਉਂਦਾ ਹੈ ਨਾ ਇਸ ਤਰ੍ਹਾਂ। ਇਸ ਲਈ ਸਾਨੂੰ ਇੱਥੇ ਸਮਝਾਇਆ ਜਾ ਰਿਹਾ ਕਿ ਵਿਸ਼ੇ ਵਿਕਾਰਾਂ ਦੇ ਵਿੱਚ ਭਾਈ ਐਵੇਂ ਹੀ ਖਚਿਤ ਨਾ ਹੋਵੋ। ਕੋਈ ਵੀ ਕਰਮ ਕਰਨ ਤੋਂ ਪਹਿਲਾਂ ਉਹਦੇ ਰਿਜ਼ਲਟ ਬਾਰੇ ਜ਼ਰੂਰ ਵਿਚਾਰ ਲਓ। ਜੇ ਨਹੀਂ ਵਿਚਾਰੋਗੇ ਤਾਂ ਉਹ ਜੋ ਬਗਲਾ ਕੇਲਾ ਕਰਦਾ ਹੈ, ਉਸੇ ਤਰ੍ਹਾਂ ਜਿਵੇਂ ਮੌਤ ਉਹਨੂੰ ਆ ਘੇਰਦੀ ਹੈ, ਇਸੇ ਤਰ੍ਹਾਂ ਆਤਮਿਕ ਮੌਤ ਆ ਘੇਰੇਗੀ ਔਰ ਪਤਾ ਵੀ ਨਹੀਂ ਲੱਗੇਗਾ ਜ਼ਿੰਦਗੀ ਵਿੱਚ ਦੁੱਖ ਕਦੋਂ ਵਾਪਰ ਜਾਣਗੇ। ਪਹਿਲੀ ਗੱਲ, ਇਸ ਸ਼ਲੋਕ ਦਾ ਇੱਕ ਦੂਜਾ ਪੱਖ ਵੀ ਹੈ, ਉਹਨੂੰ ਵੀ ਅਸੀਂ ਜ਼ਰੂਰ ਵਿਚਾਰਾਂਗੇ। ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੀਲ ਕਰੇ। ਹੁਣ ਬਗਲਾ ਕੌਣ ਹੈ? ਬਗਲਾ ਉਸ ਬੰਦੇ ਨੂੰ ਕਹਿੰਦੇ ਨੇ ਜੋ ਅੰਦਰੋਂ ਹੋਰ ਹੋਵੇ ਤੇ ਬਾਹਰੋਂ ਹੋਰ ਹੋਵੇ। ਚਿੱਟਾ ਲੰਮਾ ਚੋਲਾ ਪਾਇਆ ਹੈ ਜਾਂ ਭਗਵਾ ਪਾਇਆ ਹੈ ਜਾਂ ਧਾਰਮਿਕ ਕੋਈ ਵੀ ਪਹਿਨਾਵਾ ਪਹਿਨਿਆ ਹੈ, ਗਲ ਦੇ ਵਿੱਚ ਇੱਕ ਦੋ ਮਾਲਾ ਪਾਈਆਂ ਨੇ, ਹੱਥ ਵਿੱਚ ਇੱਕ ਦੋ ਮਾਲਾ ਫੜੀਆਂ ਹੋਈਆਂ ਨੇ, ਅੱਖਾਂ ਬੰਦ ਕੀਤੀਆਂ ਹੋਈਆਂ ਨੇ, ਸਮਾਧੀ ਲਾਉਣ ਦਾ ਵਿਖਾਵਾ ਕਰ ਰਿਹਾ ਹੈ, ਲੇਕਿਨ ਅੰਦਰ ਉਹਦੇ ਪਾਪ ਔਰ ਵਿਕਾਰ ਨੇ। ਅੰਦਰ ਪਾਪ ਵਿਕਾਰ, ਬਗਲੇ ਦੀ ਤਰ੍ਹਾਂ ਬੰਦਾ ਜ਼ਿੰਦਗੀ ਜੀ ਰਿਹਾ ਹੈ, ਵਿਕਾਰ ਕਮਾ ਰਿਹਾ ਹੈ। ਜਿਵੇਂ ਸ਼ੇਖ ਸੱਜਣ ਸੀ, ਮਸੀਤ ਵੀ ਬਣਵਾਈ ਹੈ, ਮੰਦਰ ਵੀ ਬਣਵਾਇਆ ਹੈ, ਧਰਮਸ਼ਾਲਾ ਬਣਵਾਈ ਹੈ, ਚਿੱਟਾ ਚੋਗਾ ਵੀ ਪਾਇਆ ਹੈ, ਗੋਲ ਦਸਤਾਰ ਵੀ ਬੰਨੀ ਹੈ, ਪੈਰਾਂ ਵਿੱਚ ਖੜਾਵਾਂ ਵੀ ਪਾਈਆਂ ਨੇ, ਹੱਥਾਂ ਵਿੱਚ ਮਾਲਾ ਵੀ ਫੜੀਆਂ ਨੇ, ਆਏ ਗਏ ਨੂੰ ਲੰਗਰ ਪ੍ਰਸ਼ਾਦਾ ਵੀ ਛਕਾ ਰਿਹਾ ਤੇ ਜਾਪਦਾ ਬੜਾ ਧਰਮੀ ਹੈ, ਲੇਕਿਨ ਆਏ ਮੁਸਾਫਰਾਂ ਨੂੰ ਲੁੱਟ ਲੈਂਦਾ ਹੈ, ਆਏ ਹੋਏ ਮੁਸਾਫਰਾਂ ਨੂੰ ਕਤਲ ਕਰ ਦਿੰਦਾ, ਉਹਨਾਂ ਦੀਆਂ ਲਾਸ਼ਾਂ ਵੀ ਖੁਰਦ-ਬੁਰਦ ਕਰ ਦਿੰਦਾ। ਇਹਨੂੰ ਕਹਿੰਦੇ ਨੇ ਬਗਲਾ। ਕਿ ਬੰਦਾ ਇਸ ਜ਼ਿੰਦਗੀ ਦੇ ਦਰਿਆ ਦੇ ਉੱਤੇ ਬਗਲਿਆਂ ਦੀ ਤਰ੍ਹਾਂ ਕਲੋਲਾਂ ਕਰਦਾ ਹੈ ਪਿਆ, ਬਗਲਿਆਂ ਵਾਲੀ ਜ਼ਿੰਦਗੀ ਜੀ ਰਿਹਾ ਹੈ, ਅੰਦਰੋਂ ਹੋਰ ਤੇ ਬਾਹਰੋਂ ਹੋਰ ਹੈ। ਤੇ ਕਈ ਵਾਰ ਹੁੰਦਾ ਹੈ ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਇਹੋ ਜਿਹੀਆਂ ਕਲੋਲਾਂ ਕਰਦਿਆਂ, ਹੇਰਾ ਫੇਰੀਆਂ ਕਰਦਿਆਂ ਨੂੰ ਬਾਜ ਆ ਪਏ, ਬਾਜ ਆ ਕੇ ਪੈ ਗਏ। ਬਾਜ ਕਿਹੜੇ ਪਏ? ਬਾਜ ਪਏ ਤਿਸ ਰੱਬ ਦੇ, ਰੱਬ ਦੇ ਬਾਜ। ਰੱਬ ਦੇ ਬਾਜ ਦਾ ਮਤਲਬ ਰੱਬ ਦੇ ਪਿਆਰੇ ਕੋਈ ਮਿਲ ਪਏ, ਰੱਬ ਦੇ ਪਿਆਰੇ ਮਿਲ ਗਏ, ਸੱਚ ਦੇ ਨਾਲ ਜੁੜੇ ਹੋਏ ਬੰਦੇ ਆਣ ਕੇ ਮਿਲ ਗਏ, ਉਹਨਾਂ ਦੇ ਨਾਲ ਗੱਲਬਾਤ ਹੋਈ ਤਾਂ ਕੇਲਾਂ ਵਿਸਰੀਆਂ। ਉਸ ਬੰਦੇ ਨੂੰ ਕੇਲਾਂ ਭੁੱਲ ਗਈਆਂ, ਫਿਰ ਉਹਨੇ ਛੱਡ ਦਿੱਤੀਆਂ। ਉਹਨੂੰ ਸਮਝ ਆ ਗਈ ਕਿ ਮੈਂ ਗਲਤ ਜ਼ਿੰਦਗੀ ਜੀ ਰਿਹਾ ਹਾਂ। ਉਹਨੇ ਉਹਨਾਂ ਵਿਕਾਰਾਂ ਪਾਪਾਂ ਨੂੰ ਭੁਲਾ ਦਿੱਤਾ। ਜਿਵੇਂ ਸ਼ੇਖ ਸੱਜਣ ਸੀ ਨਾ, ਬਗਲੇ ਵਾਲੀ ਜ਼ਿੰਦਗੀ ਜੀ ਰਿਹਾ ਸੀ, ਤੇ ਰੱਬ ਦੇ ਬਾਜ ਆ ਪਏ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਭਾਈ ਮਰਦਾਨਾ ਜੀ ਆ ਗਏ, ਉਹਨਾਂ ਦੇ ਨਾਲ ਮਿਲਾਪ ਹੋਇਆ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਗਾਇਆ ਨਾ, ਊਜਲ ਕਹਿਹਾਂ ਚਿਲਕਣਾ ਕੋਟਿਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੋ ਧੂਆਂ ਤਿਸ। ਕਿ ਕਹਿ ਦਾ ਬਰਤਨ ਬਾਹਰੋਂ ਬੜਾ ਚਮਕਣਾ ਦਿਸਦਾ ਹੈ, ਤੇ ਮੈਂ ਉਹਨੂੰ ਰਗੜ ਰਗੜ ਕੇ ਵੇਖਿਆ। ਗੁਰੂ ਜੀ ਕਹਿੰਦੇ ਨੇ ਮੈਂ ਉਹਨੂੰ ਰਗੜ ਰਗੜ ਕੇ ਵੇਖਿਆ, ਪਰ ਜਿੰਨੀ ਵਾਰੀ ਰਗੜਿਆ ਉਹਦੇ ਵਿੱਚੋਂ ਕਾਲਖ ਨਿਕਲੀ। ਰਗੜ ਰਗੜ ਕੇ ਕਹਿੰਦਾ ਬਰਤਨ ਖਤਮ ਹੋ ਜਾਏਗਾ, ਪਰ ਕਾਲਖ ਖਤਮ ਨਹੀਂ ਹੁੰਦੀ। ਗੁਰੂ ਜੀ ਨੇ ਕਿਹਾ ਵੀ ਇਸ ਦੁਨੀਆ ਦੇ ਅੰਦਰ ਇਹੋ ਜਿਹੀ ਜ਼ਿੰਦਗੀ ਜੀਣ ਵਾਲੇ ਲੋਕ ਨੇ। ਸੱਜਣਾ, ਤੂੰ ਵੀ ਐਸੀ ਜ਼ਿੰਦਗੀ ਜੀ ਰਿਹਾ। ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਸੱਜਣ ਨੂੰ ਸਮਝ ਆ ਗਈ ਕਿ ਮੇਰੀ ਜ਼ਿੰਦਗੀ ਵੀ ਐਸੀ ਹੈ, ਤੇ ਸੱਜਣ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਦੇ ਪਾਵਨ ਚਰਨਾਂ ਵਿੱਚ ਝੁਕ ਗਿਆ। ਉਹਨੂੰ ਉਹ ਕੇਲਾਂ ਕਲੋਲਾਂ ਜਿਹੜੀਆਂ ਠੱਗੀਆਂ ਠੂਰੀਆਂ ਸੀ ਭੁੱਲ ਗਈਆਂ। ਉਹਨੇ ਬਗਲੇ ਵਾਲਾ ਜੀਵਨ ਛੱਡ ਦਿੱਤਾ। ਜੋ ਮਨ ਚਿੱਤ ਨਾ ਚੇਤੇ ਸਨ ਸੋ ਗੱਲ ਨਹੀਂ ਰੱਬ ਕੀਆਂ। ਜਿਹੜੀਆਂ ਚਿੱਤ ਚੇਤੇ ਵੀ ਨਹੀਂ ਸਨ ਸੱਜਣ ਦੇ ਕਿ ਮੈਂ ਇਹੋ ਜਿਹਾ ਬੰਦਾ ਬਣ ਸਕਦਾ ਵਾਂ,
ਰੱਬ ਨੇ ਉਹ ਗੱਲਾਂ ਕਰ ਦਿੱਤੀਆਂ, ਉਹੋ ਜਿਹਾ ਇਨਸਾਨ ਬਣਾ ਦਿੱਤਾ। ਕਦੇ ਸੱਜਣ ਨੇ ਸੋਚਿਆ ਹੋਵੇਗਾ ਕਿ ਮੈਂ ਵੀ ਪ੍ਰਚਾਰਕ ਬਣਾ ਖਾਂ? ਕਦੇ ਕਿਸੇ ਨੇ ਸੋਚਿਆ ਹੋਵੇਗਾ ਕਿ ਇਹ ਸੱਜਣ ਦਾ ਜੋ ਕਤਲਗਾਹ ਹੈ, ਇਹ ਵੀ ਧਰਮ ਸਥਾਨ, ਧਰਮਸ਼ਾਲਾ ਵਿੱਚ ਬਦਲ ਜਾਏਗਾ? ਤੇ ਜੋ ਕਾਤਲ ਬੰਦਾ ਹੈ, ਲੋਕਾਂ ਨੂੰ ਲੁੱਟਾਂ ਖੋਹਾਂ ਕਰਨ ਵਾਲਾ, ਇਹ ਆਪਣਾ ਸਭ ਕੁਝ ਉਹਨਾਂ ਗਰੀਬਾਂ ਦੇ ਵਿੱਚ ਵੰਡ ਦੇਵੇਗਾ ਤੇ ਅੱਗੋਂ ਪਰਉਪਕਾਰ ਵਾਲੀ ਜ਼ਿੰਦਗੀ ਜੀਵੇਗਾ? ਕਦੇ ਸੋਚਿਆ ਸੀ? ਸੱਜਣ ਨੇ ਵੀ ਨਹੀਂ ਸੋਚਿਆ ਹੋਣਾ, ਕਿਸੇ ਵੀ ਨਹੀਂ ਸੋਚਿਆ। ਕੌਡਾ ਭੀਲ, ਕਦੇ ਸੋਚਿਆ ਹੋਵੇਗਾ ਕਿਸੇ ਨੇ ਕਿ ਕੌਡਾ ਭੀਲ ਵੀ ਲੋਕਾਂ ਨੂੰ ਜ਼ਿੰਦਗੀ ਦੇਣ ਵਾਲਾ ਬਣ ਜਾਏਗਾ? ਕਿਸੇ ਨੇ ਸੋਚਿਆ ਹੋਵੇਗਾ ਕਿ ਭੂਮੀਆਂ ਚੋਰ ਵੀ ਭਾਈ ਭੂਮੀਆਂ ਹੋ ਜਾਏਗਾ? ਕਿਸੇ ਨੇ ਸੋਚਿਆ ਹੋਵੇਗਾ ਕਿ ਅਨੰਤ ਜੋ ਵਿਕਾਰੀ ਔਰ ਪਾਪੀ ਅਪਰਾਧੀ ਲੋਕ ਨੇ, ਉਹ ਸੱਚ ਦੇ ਨਾਲ ਜੁੜ ਜਾਣਗੇ? ਤਾਂ ਇਸ ਜ਼ਿੰਦਗੀ ਦੇ ਦਰਿਆ ਦੇ ਉੱਤੇ ਬੰਦਾ ਬਗਲੇ ਵਾਲੀ ਜ਼ਿੰਦਗੀ ਜੀ ਰਿਹਾ ਹੈ, ਵਿਖਾਵੇ ਵਾਲੀ, ਵਿਕਾਰਾਂ ਪਾਪਾਂ ਦੇ ਅੰਦਰ ਫਸਿਆ ਹੋਇਆ ਹੈ। ਪਰ ਜੇ ਕਿਤੇ ਇਹਨੂੰ ਰੱਬ ਦੇ ਪਿਆਰੇ ਮਿਲ ਜਾਣ, ਇਹ ਸੱਚ ਦੇ ਨਾਲ ਜੁੜ ਜਾਏ, ਤਾਂ ਇਹਦੀਆਂ ਇਹ ਕੇਲਾਂ ਵਿਸਰ ਸਕਦੀਆਂ ਨੇ ਔਰ ਇਹਦਾ ਜੀਵਨ ਚੰਗਾ ਹੋ ਸਕਦਾ ਹੈ। ਇਸ ਲਈ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਐਸਾ ਕੋਈ ਦੋਸ਼ ਹੈ, ਤਾਂ ਸਾਨੂੰ ਰੱਬੀ ਪਿਆਰਿਆਂ ਦੇ ਨਾਲ ਮਿਲਣਾ ਚਾਹੀਦਾ ਹੈ, ਗੁਰੂ ਦੀ ਸੰਗਤ ਵਿੱਚ ਜਾਣਾ ਚਾਹੀਦਾ ਹੈ, ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਪੜ੍ਹ ਕੇ ਆਪ ਵਿਚਾਰਨੀ ਚਾਹੀਦੀ ਹੈ ਤੇ ਇਸ ਤੇ ਅਮਲ ਕਰਨਾ ਚਾਹੀਦਾ ਹੈ। ਐਸੀ ਜ਼ਿੰਦਗੀ ਦੀ ਪੋਸੀਬਿਲਿਟੀ ਹੈ, ਬੰਦੇ ਨੈਗੇਟਿਵ ਤੋਂ ਪੋਜ਼ਿਟਿਵ ਹੋ ਜਾਂਦੇ ਨੇ, ਪੁੰਨੀਆਂ ਪਾਪੀਆਂ ਤੋਂ ਪੁੰਨੀ ਹੋ ਜਾਂਦੇ ਨੇ, ਪਤਿਤ ਤੋਂ ਪਾਵਨ ਹੋ ਜਾਂਦੇ ਨੇ, ਜਦੋਂ ਉਹਨਾਂ ਨੂੰ ਰੱਬ ਦੇ ਪਿਆਰੇ ਮਿਲ ਜਾਂਦੇ ਨੇ। ਅਗਲਾ ਬਚਨ ਗੁਰੂ ਪਾਤਸ਼ਾਹ ਜੀ ਕਰਦੇ ਨੇ, 3.5 ਮਣ ਦੇਹੁਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵਤ ਆਸੂਣੀ ਬੰਨ, ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ, ਤਿਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਾਹ ਆਏ ਕੰਮ। 3.5 ਮਣ ਦੇਹੁਰੀ, ਦੇਹੁਰੀ ਦਾ ਮਤਲਬ ਸੋਹਣਾ ਸਰੀਰ, ਸੋਹਣੀ ਕਾਇਆ। ਇਹ 3.5 ਮਣ ਦਾ ਮਤਲਬ ਹੈ ਚੰਗਾ ਪਲਿਆ ਪੋਸ਼ਿਆ, ਸੁੰਦਰ ਪਲਿਆ ਪੋਸ਼ਿਆ ਸਰੀਰ, ਚੱਲੇ ਪਾਣੀ ਅੰਨ, ਯਾਨੀ ਪਾਣੀ ਔਰ ਅੰਨ ਦੇ ਜ਼ੋਰ ਤੇ ਕੰਮ ਦੇ ਰਿਹਾ ਹੈ। ਬੰਦਾ ਪਾਣੀ ਪੀ ਰਿਹਾ ਹੈ, ਬੰਦਾ ਅੰਨ ਖਾ ਰਿਹਾ ਹੈ ਤੇ ਇਹਦੇ ਅੰਦਰ ਤਾਕਤ ਪੈਦਾ ਹੋ ਰਹੀ ਹੈ। ਅੰਨ ਪਾਣੀ ਦੇ ਆਸਰੇ 3.5 ਮਣ ਦੇਹੁਰੀ ਚੱਲ ਰਹੀ ਹੈ। 3.5 ਮਣ ਦਾ ਮਤਲਬ ਇਹ ਨਹੀਂ ਕਿ ਸਾਰਿਆਂ ਦਾ ਭਾਰ 3.5 ਮਣ ਹੀ ਹੋਏਗਾ, ਮਤਲਬ ਪਲੇ ਹੋਏ ਸਰੀਰ ਦੀ ਗੱਲ ਹੈ। ਪਲਿਆ ਹੋਇਆ ਸੋਹਣਾ ਸਰੀਰ ਅੰਨ ਪਾਣੀ ਦੇ ਆਸਰੇ ਚੱਲ ਰਿਹਾ ਹੈ ਔਰ ਅੰਨ ਪਾਣੀ ਦੇ ਆਸਰੇ ਬੰਦਾ ਜਿੰਦਾ ਹੈ। ਇਹ ਇਹਦੀ ਜ਼ਰੂਰਤ ਹੈ, ਇਹਦੇ ਤੋਂ ਬਿਨਾਂ ਜ਼ਿੰਦਗੀ ਜੀਵੀ ਜਾ ਨਹੀਂ ਸਕਦੀ। ਆਇਓ ਬੰਦਾ ਦੁਨੀ ਵਿੱਚ ਵਤ ਆਸੂਣੀ ਬੰਨ, ਵਤ ਦਾ ਮਤਲਬ ਪਰਤ ਪਰਤ ਕੇ, ਮੁੜ ਮੁੜ ਕੇ, ਆਸੂਣੀ ਦਾ ਮਤਲਬ ਨਿੱਕੀ ਜਿਹੀ ਆਸ, ਸੋਹਣੀ ਜਿਹੀ ਆਸ, ਬੰਨ ਦਾ ਮਤਲਬ ਬੰਨ ਕੇ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ, ਜਗਤ ਦੇ ਅੰਦਰ ਕੋਈ ਸੋਹਣੀ ਜਿਹੀ ਆਸ ਬਣ ਕੇ ਬੰਦਾ ਆਇਆ ਹੈ, ਬੰਨ ਕੇ ਆਇਆ ਹੈ ਤੇ ਮੁੜ ਮੁੜ ਕੇ ਉਹ ਆਸਾਵਾਂ ਨੂੰ ਦੁਹਰਾਉਂਦਾ ਹੈ। ਇਹਦੀਆਂ ਕਈ ਸਾਰੀਆਂ ਆਸਾਵਾਂ ਨੇ, ਕਈ ਸਾਰੀਆਂ ਇਹਦੀਆਂ ਚਾਹਤਾਂ ਨੇ। ਇਸ ਦੁਨੀਆ ਦੇ ਅੰਦਰ ਸੋਹਣੀ ਜੀ ਕੋਈ ਆਸ ਲੈ ਕੇ ਜੀ ਰਿਹਾ ਹੈ ਬੰਦਾ। ਵੈਸੇ ਤਾਂ ਇਹਦੀਆਂ ਅਨੰਤ ਆਸ਼ਾਵਾਂ ਨੇ, ਜਿਨ੍ਹਾਂ ਦਾ ਕੋਈ ਅੰਤ ਹੀ ਨਹੀਂ ਹੈ। ਆਮ ਜਿਹੜੀ ਬੰਦੇ ਦੀ ਵੱਖਰੀ ਵੱਖਰੀ ਆਸ ਹੋ ਸਕਦੀ ਹੈ। ਕਿਸੇ ਦੀ ਆਸ ਹੈ ਕਿ ਮੈਂ ਕਾਰ ਲੈਣੀ ਹੈ, ਕਿਸੇ ਦੀ ਆਸ ਹੋ ਸਕਦਾ ਹੈ ਕਿ ਉਹਨੇ ਬੱਸ ਟਰੱਕ ਲੈਣਾ ਹੈ, ਕੋਈ ਹੈਲੀਕਾਪਟਰ ਲੈਣਾ ਹੈ, ਕਿ ਜਹਾਜ਼ ਲੈਣਾ ਹੈ, MLA ਬਣਨਾ ਹੈ, MP ਬਣਨਾ ਹੈ, ਪ੍ਰਧਾਨ ਮੰਤਰੀ, ਰਾਸ਼ਟਰਪਤੀ ਬਣਨਾ ਹੈ, ਜਾਂ ਕਈ ਸਾਰੀਆਂ ਆਸ਼ਾਵਾਂ ਕਿਸੇ ਦੀਆਂ ਵੱਖਰੀਆਂ ਵੱਖਰੀਆਂ ਹੋ ਸਕਦੀਆਂ ਨੇ। ਯਾਨੀ ਆਸਾਵਾਂ ਦਾ ਕੋਈ ਅੰਤ ਨਹੀਂ ਹੈ। ਇੱਕ ਆਸ ਪੂਰੀ ਹੁੰਦੀ ਹੈ, ਦੂਜੀ, ਦੂਜੀ ਪੂਰੀ ਹੁੰਦੀ ਹੈ, ਤੀਜੀ। ਪਰ ਕੁਝ ਆਸ਼ਾਵਾਂ ਨੇ ਜਿਹੜੀਆਂ ਸਾਂਝੀਆਂ ਨੇ। ਜਿਵੇਂ ਹਰ ਬੰਦਾ ਚਾਹੁੰਦਾ ਹੈ ਕਿ ਮੈਨੂੰ ਮਾਣ ਮਿਲੇ, ਮੈਨੂੰ ਪਿਆਰ ਮਿਲੇ। ਹਰ ਬੰਦਾ ਚਾਹੁੰਦਾ ਹੈ, ਇਹ ਹਰ ਬੰਦਾ ਚਾਹੁੰਦਾ ਮੈਂ ਵੀ ਤੁਸੀਂ। ਕਾਰ ਕੋਠੀ ਮਿਲੇ ਨਾ ਮਿਲੇ, ਜਹਾਜ਼ ਮਿਲੇ ਨਾ ਮਿਲੇ, ਲੇਕਿਨ ਪਿਆਰ ਸਤਿਕਾਰ ਮਿਲੇ ਤਾਂ ਸਾਰੇ ਚਾਹੁੰਦੇ ਨੇ, ਗਰੀਬ ਵੀ ਚਾਹੁੰਦਾ, ਅਮੀਰ ਵੀ ਚਾਹੁੰਦਾ। ਦੂਜੀ ਆਸ ਬੰਦੇ ਦੀ ਕਿ ਮੈਨੂੰ ਸੁੱਖ ਮਿਲੇ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਮੈਂ ਸੁਖੀ ਹੋਵਾਂ, ਦੁਖੀ ਹੋਣਾ ਕੋਈ ਨਹੀਂ ਚਾਹੁੰਦਾ। ਤੇ ਤੀਜੀ ਆਸ ਹੈ ਬੰਦੇ ਦੀ, ਜੋ ਲੋੜ ਹੈ ਸਾਂਝੀ ਜਿਹੀ, ਉਹ ਹੈ ਮੁਕਤੀ, ਕਿ ਮੈਂ ਕਿਸੇ ਦਾ ਗੁਲਾਮ ਨਾ ਹੋਵਾਂ,
मैं मुकत हुआ। यानी जे ਅਸੀਂ ਸੌਖੀ ਜੀ ਗੱਲ ਕਰੀਏ ਤਾਂ ਹਰ ਬੰਦੇ ਦੀ ਆਸ ਹੈ ਕਿ ਮੇਰੀ ਜ਼ਿੰਦਗੀ ਖੁਸ਼ੀਆਂ ਭਰੀ ਹੈ। ਇਹ ਆਸ ਹਰ ਇਨਸਾਨ ਦੀ ਹੈ ਤੇ ਇਹ ਆਸ ਲੈ ਕੇ ਇਸ ਦੁਨੀਆ ਵਿੱਚ ਬੰਦਾ ਆਇਆ ਹੈ। ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ। ਇੱਥੇ ਮਲਕਲ ਦਾ ਮਤਲਬ ਹੈ ਮਲਕ, ਅਲ ਦਾ ਮਤਲਬ ਦਾ, ਮਲਕ ਦਾ ਮਤਲਬ ਫਰਿਸ਼ਤਾ, ਮਲਕਲ ਦਾ ਮਤਲਬ ਮੌਤ ਦਾ ਫਰਿਸ਼ਤਾ। ਕਿਉਂਕਿ ਮੁਸਲਮਾਨ ਵੀਰਾਂ ਦਾ ਇਹ ਆਪਣਾ ਵਿਸ਼ਵਾਸ ਹੈ ਕਿ ਕੋਈ ਮੌਤ ਦਾ ਫਰਿਸ਼ਤਾ ਆਉਂਦਾ ਹੈ ਤੇ ਉਹ ਬੰਦੇ ਨੂੰ ਉਹਦੀ ਜਾਨ ਕੱਢ ਲੈਂਦਾ ਹੈ, ਹੱਥ ਪੈਰ ਤੋੜ ਕੇ, ਜਾਂ ਜਿਸ ਤਰ੍ਹਾਂ ਵੀ। ਜਿਵੇਂ ਹਿੰਦੂ ਵੀਰ ਜੰਮ ਮੰਨਦੇ ਨੇ ਕਿ ਜੰਮ ਆਉਂਦੇ ਨੇ ਤੇ ਉਹ ਜੰਮ ਪ੍ਰਾਣ ਕੱਢ ਲੈਂਦੇ ਨੇ, ਐਵੇਂ ਮੁਸਲਮਾਨ ਵੀਰਾਂ ਦੀ ਮਨੌਤ ਹੈ ਕਿ ਮੌਤ ਦਾ ਫਰਿਸ਼ਤਾ ਆਉਂਦਾ ਹੈ। ਤੇ ਇਹਦੇ ਬਾਰੇ ਅਸੀਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ, ਹੱਡਾਂ ਨੂੰ ਕੜਕਾਏ, ਕਿ ਜੋ ਮੌਤ ਦਾ ਫਰਿਸ਼ਤਾ ਹੈ ਹੱਡਾਂ ਨੂੰ ਕਿਵੇਂ ਕੜਕਾਉਂਦਾ ਹੈ। ਯਾਨੀ ਸਾਡਾ ਸਰੀਰ ਕਮਜ਼ੋਰ ਹੋ ਜਾਂਦਾ ਹੈ, ਕੋਈ ਨਾ ਕੋਈ ਰੋਗ ਲੱਗ ਗਿਆ ਤੇ ਉਸ ਰੋਗ ਦੇ ਨਾਲ ਹੌਲੇ ਹੌਲੇ ਸਰੀਰ ਕਮਜ਼ੋਰ ਹੋ ਜਾਂਦਾ ਹੈ ਤੇ ਬੰਦਾ ਮਰ ਜਾਂਦਾ ਹੈ। ਇਸੇ ਨੂੰ ਕਹਿੰਦੇ ਨੇ ਹੱਡਾਂ ਨੂੰ ਕੜਕਾਣਾ। ਮਲਕਲ ਮੌਤ ਦਾ ਫਰਿਸ਼ਤਾ ਜਾਂ ਜੰਮ, ਇਹਦਾ ਮਤਲਬ ਇਹ ਹੈਗਾ ਮੌਤ ਦਾ ਕਾਰਨ, ਮੌਤ ਦਾ ਰੀਜ਼ਨ। ਹੋ ਸਕਦਾ ਕਿਸੇ ਦੀ ਮੌਤ ਬੁਖਾਰ ਨਾਲ ਹੋ ਜਾਏ, ਹਾਰਟ ਅਟੈਕ ਨਾਲ ਹੋ ਜਾਏ, ਕਰੋਨਾ ਨਾਲ ਹੋ ਜਾਏ, ਟੀਬੀ ਨਾਲ ਹੋ ਜਾਏ, ਕੈਂਸਰ ਨਾਲ ਹੋ ਜਾਏ, ਐਕਸੀਡੈਂਟ ਨਾਲ ਹੋ ਜਾਏ। ਕੋਈ ਨਾ ਕੋਈ ਬਹਾਨਾ ਤੇ ਬਣਦਾ ਹੈ ਨਾ ਮੌਤ ਦਾ, ਰੀਜ਼ਨ ਕੋਈ ਨਾ ਕੋਈ ਤੇ ਬਣਦਾ ਹੈ। ਤੇ ਜੋ ਮੌਤ ਦਾ ਰੀਜ਼ਨ ਹੈ, ਮੌਤ ਦਾ ਕਾਰਨ ਹੈ, ਉਸੇ ਨੂੰ ਗੁਰਦੇਵ ਨੇ ਪਾਵਨ ਬਾਣੀ ਵਿੱਚ ਜੰਮ ਆਖਿਆ। ਤੇ ਜਦੋਂ ਮੌਤ ਦਾ ਫਰਿਸ਼ਤਾ ਆਏਗਾ, ਭਾਵ ਮੌਤ ਆਏਗੀ, ਸਭ ਦਰਵਾਜ਼ੇ ਭੰਨ, ਸਾਰੇ ਦਰਵਾਜ਼ੇ ਭੰਨ ਦਿੱਤੇ ਜਾਣਗੇ। ਹੁਣ ਦਰਵਾਜ਼ੇ ਭੰਨਣ ਦਾ ਮਤਲਬ ਇਹ ਨਹੀਂ ਕਿ ਕੋਈ ਬੰਦਾ ਆਪਣੀ ਕੋਠੀ ਵਿੱਚ ਹੈ ਤੇ ਮੌਤ ਦਾ ਫਰਿਸ਼ਤਾ ਅੰਦਰ ਵੜਨ ਲੱਗਿਆ ਉਹਨਾਂ ਦੇ ਬਾਰੀਆਂ ਬੂਹੇ ਤੋੜ ਕੇ ਫਿਰ ਅੰਦਰ ਵੜੇਗਾ। ਉਹ ਦਰਵਾਜ਼ੇ ਕਿਹੜੇ ਨੇ ਜਿਹੜੇ ਭੰਨ ਦਿੱਤੇ ਜਾਣਗੇ? ਹੁਣ ਜਿਹੜਾ ਦਰਵਾਜ਼ਾ ਤੋੜ ਦਿੱਤਾ ਜਾਏ ਨਾ, ਇਹਦਾ ਮਤਲਬ ਉਹ ਨਕਾਰਾ ਹੋ ਗਿਆ, ਉਹ ਕੰਮ ਦਾ ਨਹੀਂ ਰਿਹਾ। ਤੇ ਸਾਡੇ ਦਰਵਾਜ਼ੇ ਕਿਹੜੇ ਨੇ? 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਅੱਜ ਉਹ ਸਾਡੇ ਗਿਆਨ ਇੰਦਰੀ ਨੇ, ਇਹ ਦਰਵਾਜ਼ੇ ਨੇ। ਭੰਨ ਦਾ ਮਤਲਬ ਇਹਨਾਂ ਨੂੰ ਭੰਨ ਦਿੱਤਾ ਜਾਏਗਾ, ਨਕਾਰੇ ਹੋ ਜਾਣਗੇ। ਜਦੋਂ ਮੌਤ ਹੋ ਗਈ, ਨਾ ਤੇ ਅੱਖਾਂ ਨੇ ਕੰਮ ਕਰਨਾ ਹੈ। ਹੁਣ ਪਹਿਲਾਂ ਬੰਦਾ ਮਿਲਣ ਆਉਂਦਾ ਸੀ ਨਾ ਕੋਈ, ਤੇ ਬੰਦਾ ਭੱਜ ਕੇ ਉਹਨੂੰ ਜੱਫੀ ਪਾ ਕੇ ਮਿਲਦਾ ਸੀ। ਬੰਦਾ ਜਦੋਂ ਜਿਉਂਦਾ ਹੁੰਦਾ, ਸਵੇਰੇ ਉੱਠਦਾ ਹੈ, ਇਸ਼ਨਾਨ ਕਰਦਾ ਹੈ, ਕੱਪੜੇ ਬਦਲਦਾ ਹੈ, ਆਏ ਗਏ ਨੂੰ ਮਿਲਦਾ ਹੈ, ਗੱਲਬਾਤ ਕਰਦਾ ਹੈ। ਅੱਜ ਬੰਦਾ ਤੇ ਉਹ ਹੀ ਹੈ, ਪਰ ਜਾਨ ਨਹੀਂ ਰਹੀ ਨਾ ਸਰੀਰ 'ਚ। ਹੁਣ ਅੱਜ ਲਾਸ਼ ਪਈ ਹੋਈ ਹੈ, ਹੁਣ ਨਹਾ ਨਹੀਂ ਰਿਹਾ ਕੋਈ, ਨਵਾ ਦੇ ਨਾ ਨਵਾਏ ਨਾ। ਕੱਪੜੇ ਬਦਲਦੇ ਨਾ ਬਦਲੇ, ਕੋਈ ਸੰਸਕਾਰ ਕਰਦੇ ਨਾ ਕਰਦੇ ਪਿਆ। ਬਸ ਦਰਵਾਜ਼ੇ ਭੱਜ ਗਏ, ਸਾਰੇ ਨਕਾਰੇ ਹੋ ਗਏ ਨਾ, ਸਾਰੇ ਅੰਗ, ਸਰੀਰ ਵੀ, ਹੱਥ ਵੀ, ਪੈਰ ਵੀ, ਅੱਖਾਂ ਵੀ, ਕੰਨ ਵੀ, ਦਿਮਾਗ ਵੀ, ਇਹ ਸਾਰੇ ਦਰਵਾਜ਼ੇ ਭੰਨ ਦਿੱਤੇ ਜਾਣਗੇ, ਸਾਰੇ ਦਰਵਾਜ਼ੇ ਨਕਾਰੇ ਹੋ ਜਾਣਗੇ। ਤਿਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਇੱਥੇ ਤਿਨਾਂ ਦੇ ਨੰਨੇ ਥੱਲੇ ਹਾਹਾ ਹੈ ਔਰ ਬੰਨ ਦੇ ਨੰਨੇ ਥੱਲੇ ਵੀ ਹਾਹਾ ਹੈ। ਇਹਨੂੰ ਤਿਨਾਂ ਨਹੀਂ ਪੜਨਾ, ਤਿਨਾਂ, ਥੋੜਾ ਭਾਰਾ ਕਰਕੇ, ਥੋੜੀ ਹਾਹੇ ਦੀ ਆਵਾਜ਼, ਤਿਨਾਂ। ਅੱਗੇ ਦਿੱਤਾ ਬੰਨ, ਤਿਨਾਂ ਪਿਆਰਿਆਂ ਭਾਈਆਂ। ਜੋ ਮਨੁੱਖ ਦੇ ਪਿਆਰੇ ਵੀਰ ਭੈਣ ਨੇ, ਭਾਈਆਂ ਦਾ ਮਤਲਬ ਜੋ ਵੀ ਰਿਸ਼ਤੇਦਾਰ, ਧੀਆਂ ਪੁੱਤਰ, ਪਰਿਵਾਰ ਜੋ ਵੀ ਹੈ, ਅੱਗੇ ਦਿੱਤਾ ਬੰਨ, ਉਹ ਬੰਨ ਕੇ ਅੱਗੇ ਤੋਰ ਦਿੰਦੇ ਨੇ। ਇਹ ਨਹੀਂ ਕਿ ਮੌਤ ਦੇ ਫਰਿਸ਼ਤੇ ਨੂੰ ਬੰਨ ਕੇ ਦੇ ਦਿੰਦੇ ਨੇ, ਬੋਰੀ 'ਚ ਪਾ ਕੇ ਲੈ ਜਾ। ਉਹਦਾ ਇਸ਼ਨਾਨ ਪਾਨ ਕਰਾ ਕੇ ਆਪਣੀ ਮਰਿਆਦਾ ਮੁਤਾਬਕ ਤਖਤੇ ਤੇ ਪਾਉਂਦੇ ਨੇ ਤੇ ਲੈ ਤੁਰਦੇ ਨੇ। ਤਖਤੇ ਤੇ ਬੰਨ ਦਿੱਤਾ ਜਾਂਦਾ ਤੇ ਬੰਨ ਕੇ ਤੇ ਅੱਗੇ ਤੋਰ ਦਿੰਦੇ ਨੇ ਵੀ ਚਲੋ ਇਹਦਾ ਅੰਤਮ ਸੰਸਕਾਰ ਕਰੋ। ਇੰਡੀਆ ਵਿੱਚ ਤਖਤੇ ਤੇ ਉਦੋਂ ਪਾਉਂਦੇ ਸਨ, ਕਈ ਬਾਂਸ ਦੀ ਅਰਥੀ ਬਣਾ ਲੈਂਦੇ ਨੇ, ਆਪੋ ਆਪਣੇ ਰਿਵਾਜ ਨੇ। ਇਧਰ ਅੱਜ ਕੱਲ ਥੋੜਾ ਰਿਵਾਜ ਹੋਰ ਵਧੀਆ ਹੋ ਗਿਆ, ਡੱਬੇ ਵਿੱਚ ਪਾ ਲੈਂਦੇ ਨੇ, ਗੱਡੀ ਤੇ ਲੈ ਜਾਂਦੇ ਨੇ। ਜੇ ਕੋਈ ਅਮੀਰ ਹੈ ਤੇ ਉਹ ਰਥਾਂ ਵਾਲੀ ਬੱਗੀ ਕਰ ਲੈਂਦੇ ਨੇ। ਲੈਣਾ ਤਾਂ ਸ਼ਮਸ਼ਾਨ ਭੂਮੀ ਤੱਕ। ਇਸੇ ਨੂੰ ਕਹਿੰਦੇ ਨੇ ਅੱਗੇ ਦਿੱਤਾ ਬੰਨ। ਯਾਨੀ ਕੋਈ ਭੈਣ ਭਰਾ ਉਸ ਮੌਤ ਤੋਂ ਬਚਾ ਨਹੀਂ ਸਕਦਾ। ਗੱਲ ਇਹ ਹੈ। ਵੇਖੋ ਬੰਦਾ ਚੱਲਿਆ ਚਹੁ ਜਣਿਆਂ ਦੇ ਕੰਨ। ਇਹ ਜੋ ਚਹੁ ਲਿਖਿਆ ਨਾ, ਚਹੁ, ਹਾਹੇ ਤੇ ਬਿੰਦੀ ਲਾ ਕੇ ਪੜਾਂਗੇ ਚਹੁ, ਜਣਿਆ ਨਹੀਂ, ਜਣਿਆ, ਜਣਿਆ ਨਹੀਂ, ਜਣਿਆ, ਬਿੰਦੀ ਲਾ ਕੇ ਜਣਿਆ, ਚਹੁ ਜਣਿਆਂ ਦੇ ਕੰਨ। ਦੇ ਨਹੀਂ ਪੜਨਾ, ਦੈ ਪੜਨਾ। ਵੇਖੋ, ਇੱਥੇ ਥੋੜਾ ਜਿਹਾ ਰੁਕਾਂਗੇ। ਬੰਦਾ ਚੱਲਿਆ ਚਹੁ ਜਣਿਆਂ ਦੇ ਕੰਨ। ਵੇਖੋ ਕਿ ਬੰਦਾ 4 ਬੰਦਿਆਂ ਦੇ ਮੋਢੇ ਉੱਤੇ ਚੜ ਕੇ ਜਾ ਰਿਹਾ।
4 ਬੰਦਿਆਂ ਨੇ ਚੁੱਕਿਆ ਹੋਇਆ ਹੈ ਤੇ ਉਹ ਜਾ ਰਿਹਾ ਹੈ। ਜਿਹੜਾ ਕਦੇ ਆਪ ਭੱਜ ਦੌੜ ਕਰਦਾ ਸੀ, ਅੱਜ ਉਹ 4 ਬੰਦਿਆਂ ਦੇ ਮੋਢੇ ਤੇ ਜਾ ਰਿਹਾ ਹੈ। ਤੇ ਹੈਰਾਨਗੀ ਵਾਲੀ ਗੱਲ ਇੱਕ ਹੈ, 4 ਬੰਦੇ ਜਾਂ ਸੱਜਣ ਰਿਸ਼ਤੇਦਾਰ, ਯਾਰ ਦੋਸਤ, ਸਾਰੇ ਮਿਲ ਕੇ ਇੱਕੋ ਰਾਹ ਤੇ ਉਦਣ ਤੁਰਦੇ ਨੇ ਜਿੱਦਣ ਬੰਦਾ ਮਰ ਜਾਏ, ਨਹੀਂ ਤੇ ਇੱਕ ਰਾਹ ਤੇ ਨਹੀਂ ਤੁਰਦੇ, ਵੱਖੋ ਵੱਖਰੇ ਰਾਹ ਹੁੰਦੇ। ਜਿਵੇਂ ਅਸੀਂ ਮੋਏ ਪ੍ਰਾਣੀ ਨੂੰ ਮੋਢਾ ਦੇਣਾ ਪੁੰਨ ਦਾ ਕੰਮ ਸਮਝਦੇ ਆ ਨਾ, ਸੇਵਾ ਸਮਝਦੇ ਆ, ਜੇਕਰ ਲੋਕ ਜਿਉਂਦੇ ਨੂੰ ਮੋਢਾ ਦੇਣ, ਸਹਾਰਾ ਦੇਣ, ਤਾਂ ਦੁਨੀਆ ਕਿੰਨੀ ਸੁਹਾਵਣੀ ਹੋ ਜਾਏ, ਪਰ ਐਸਾ ਕੋਈ ਕਰਦਾ ਨਹੀਂ। ਚਲੋ ਖੈਰ, ਇਹ ਵੱਖਰਾ ਟੌਪਿਕ ਹੈ। ਆਖਿਰ ਇਹ ਹੁੰਦੀ ਹੈ ਵੀ ਵੇਖੋ ਵੀ ਉਹ 4 ਬੰਦਿਆਂ ਦੇ ਕੰਧੇ ਤੇ ਮੋਢੇ ਦੇ ਉੱਤੇ ਬੰਦਾ ਜਾ ਰਿਹਾ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ, ਦਰਗਾਹ ਆਏ ਕੰਮ। ਬਾਬਾ ਫਰੀਦ ਜੀ ਕਹਿੰਦੇ ਨੇ, ਰੱਬੀ ਦਰਗਾਹ ਦੇ ਅੰਦਰ ਉਹ ਕੰਮ ਸਹਾਇਕ ਹੁੰਦੇ ਨੇ ਜੋ ਦੁਨੀਆ ਦੇ ਵਿੱਚ ਕੀਤੇ ਨੇ। ਹੁਣ ਇਹ ਮੁਸਲਮਾਨ ਵੀਰਾਂ ਦਾ ਖਿਆਲ ਹੈ, ਬਾਬਾ ਫਰੀਦ ਜੀ ਉਸੇ ਖਿਆਲ ਨੂੰ ਪ੍ਰਗਟਾ ਰਹੇ ਨੇ, ਕਿਉਂਕਿ ਉਸ ਸਮੇਂ ਉਹਨਾਂ ਲੋਕਾਂ ਦੇ ਨਾਲ ਗੱਲ ਹੋ ਰਹੀ ਹੈ ਕਿ ਜਦੋਂ ਹੁਣ ਲੇਖਾ ਜੋਖਾ ਹੋਣਾ ਹੈ ਤਾਂ ਰੱਬੀ ਦਰਗਾਹ ਦੇ ਵਿੱਚ ਉਹ ਕੰਮ ਆਉਣਗੇ ਅਮਲ ਕੀਤੇ। ਜਿਵੇਂ ਮੁਸਲਮਾਨ ਵੀਰਾਂ ਦਾ ਖਿਆਲ ਹੈ ਕਿ ਜਿਨ੍ਹਾਂ ਨੇ ਇਸਲਾਮ ਦੇ ਉੱਤੇ ਈਮਾਨ ਲਿਆਂਦਾ ਹੈ, ਲਾ ਇਲਾਹਾ ਇਲੱਲਾਹ ਮੁਹੰਮਦ ਰਸੂਲੁल्लाह ਦੀ ਗਵਾਹੀ ਦਿੱਤੀ ਹੈ, ਜ਼ਕਾਤ ਕੱਢੀ ਹੈ, ਖੈਰਾਤ ਕੀਤੀ ਹੈ, ਰਮਜ਼ਾਨੁਲ ਰਹਿਮਾਨ ਦੇ ਰੋਜ਼ੇ ਰੱਖੇ ਨੇ, ਹਜ ਆਦਿਕ ਕੀਤਾ ਹੈ, ਉਹ ਲੋਕ ਜੰਨਤ ਵਿੱਚ ਚਲੇ ਜਾਣਗੇ। ਤੇ ਜਿਨ੍ਹਾਂ ਨੇ ਇਹ ਕਰਮ ਨਹੀਂ ਕੀਤੇ, ਉਹ ਲੋਕ ਜਿਹੜੇ ਨੇ ਦੋਜ਼ਖ ਦੇ ਅੰਦਰ ਪਾਏ ਜਾਣਗੇ, ਯਾਨੀ ਕਰਮਾਂ ਦੇ ਹਿਸਾਬ ਨਾਲ ਦੋਜ਼ਖ ਔਰ ਜੰਨਤ ਮਿਲੇ। ਹੁਣ ਇਹ ਚੀਜ਼ਾਂ ਸਮਝਣ ਵਾਲੀਆਂ ਨੇ। ਆਪਾਂ ਇਸ ਸ਼ਲੋਕ ਨੂੰ ਦੁਬਾਰਾ ਤੋਂ ਫਿਰ ਸਮਝਣ ਦਾ ਯਤਨ ਕਰੀਏ ਕਿ ਸਾਡੇ ਤ੍ਰੈਮਣ ਦੇਹੁ ਹੀ ਚੱਲੇ ਪਾਣੀ ਅੰਨ, ਇਹ ਅੰਨ ਪਾਣੀ ਦੇ ਆਸਰੇ ਸਰੀਰ ਚੱਲ ਰਿਹਾ ਹੈ। ਬੰਦਾ ਇਸ ਦੁਨੀਆ ਦੇ ਅੰਦਰ ਆਸ਼ਾਵਾਂ ਲੈ ਕੇ ਆਇਆ ਹੈ, ਬੜੀਆਂ ਆਸ਼ਾਵਾਂ ਨੇ ਸਾਡੀਆਂ ਲੈ ਕੇ ਆਇਆ ਦਾ ਮਤਲਬ ਜੀ ਰਿਹਾ ਹੈ। ਅਸੀਂ ਸਾਰੇ ਹੀ ਜੀ ਰਹੇ ਹਾਂ ਤੇ ਆਸ਼ਾਵਾਂ ਲੈ ਕੇ ਜੀ ਰਹੇ ਹਾਂ। ਹੁਣ ਆ ਕਰੋਨਾ ਦੀ ਵੈਕਸੀਨ ਲਵਾਈਏ ਤੇ ਇਸੇ ਆਸ ਨਾਲ ਲਵਾਈਏ ਵੀ ਮਰੀਏ ਨਾ, 4 ਸਾਲ ਹੋਰ ਕੱਢ ਜਾਈਏ, ਮਤਲਬ ਆਸ ਹੈ ਹੀ ਹੈ ਨਾ ਜੀਣ ਦੀ। ਬੰਦਾ ਆਸ ਲੈ ਕੇ ਜੀ ਰਿਹਾ, ਕੋਈ ਨਾ ਕੋਈ ਆਸ ਲੈ ਕੇ ਜੀ ਰਿਹਾ। ਤੇ ਜਿਹੜੀਆਂ ਮੈਂ ਸਾਂਝੀਆਂ ਆਸਾਂ ਦੱਸੀਆਂ ਨੇ 3-4, ਉਹ ਵੀ ਤੇ ਖਾਸ ਕਰਕੇ ਜੇ ਇੱਕ ਗੱਲ ਵਿੱਚ ਨਿਬੇੜੀਏ ਤੇ ਬੰਦਾ ਚਾਹੁੰਦਾ ਹੈ ਨਾ ਕਿ ਮੇਰੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਸੁੱਖਾਂ ਭਰੀ ਹੋਈ, ਇਹ ਆਸ ਲੈ ਕੇ ਜੀਂਦਾ ਹੈ। ਲੇਕਿਨ ਜੇ ਸੱਚ ਨੂੰ ਭੁਲਾ ਦਿੱਤਾ ਜਾਏ, ਸੱਚ ਨੂੰ ਭੁਲਾ ਦਿੱਤਾ ਜਾਏ ਤੇ ਆਖਿਰ ਆਤਮਿਕ ਮੌਤ ਆ ਜਾਂਦੀ ਹੈ। ਖੈਰ, ਜੇ ਆਪਾਂ ਸਰੀਰਕ ਮੌਤ ਦੀ ਗੱਲ ਵੀ ਕਰੀਏ, ਮੌਤ ਆਏਗੀ ਤੇ ਇੱਕ ਦਿਨ ਬੰਦੇ ਨੇ ਮਰ ਜਾਣਾ ਹੈ। ਸਰੀਰਕ ਤੌਰ ਤੇ ਇਹਦਾ ਅੰਤ ਹੋ ਜਾਣਾ ਹੈ, ਇਸਨੇ ਮਰ ਜਾਣਾ। ਹੁਣ ਜ਼ਿੰਦਗੀ ਜੀਂਦਿਆਂ ਜਿਹੜੀਆਂ ਆਸ਼ਾਵਾਂ ਇਹਨੇ ਰੱਖੀਆਂ ਨੇ, ਉਹਨਾਂ ਆਸਾਵਾਂ ਨੂੰ ਪੂਰੀਆਂ ਕਰਨ ਵਾਸਤੇ ਜੋ ਕੰਮ ਕਰ ਰਿਹਾ ਹੈ, ਮੰਨ ਲਓ ਸਾਡੀ ਆਸ ਹੈ, ਸਾਡੀ ਇੱਕ ਗੋਲ ਹੈ ਕਿ ਮੈਂ ਜ਼ਿੰਦਗੀ ਸੁੱਖਾਂ ਵਾਲੀ ਜੀਣੀ ਚਾਹੁੰਦਾ। ਤੇ ਸੁੱਖਾਂ ਵਾਲੀ ਜ਼ਿੰਦਗੀ ਵਾਸਤੇ ਮੈਂ ਚਾਹੁੰਦਾ ਕਿ ਮੇਰੇ ਕੋਲ ਚੰਗਾ ਮਕਾਨ ਹੋਵੇ, ਮੇਰੇ ਕੋਲ ਪ੍ਰਾਪਰਟੀ ਵਗੈਰਾ ਹੋਵੇ, ਇਹਦੇ ਨਾਲ ਮੈਨੂੰ ਸੁੱਖ ਮਿਲੇਗਾ। ਤੇ ਇਹਦੇ ਵਾਸਤੇ ਮੈਂ ਸਾਧਨ ਅਪਣਾ ਲਿਆ 2 ਨੰਬਰ ਦੇ ਧੰਦੇ, ਚੋਰੀ ਠੱਗੀ, ਕਿਸੇ ਦੀ ਕੋਠੀ ਤੇ ਕਬਜ਼ਾ ਕਰ ਲਵਾਂ ਤੇ ਐਵੇਂ ਮੇਰੇ ਕੋਲ ਧਨ ਦੌਲਤ ਆ ਜਾਏ ਤੇ ਮੇਰੀ ਖੁਸ਼ੀ ਹੋ ਸਕਦੀ ਹੈ। ਬੰਦਾ ਸਾਧਨ ਅਪਣਾਏਗਾ ਨਾ ਖੁਸ਼ੀ ਵਾਸਤੇ, ਜੋ ਵੀ ਕਰਮ ਕਰੇਗਾ। ਤਾਂ ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਨੇ ਕਿ ਜਿਹੜਾ ਅਮਲ ਜੇ ਕੀਤੇ ਦੁਨੀਆ ਵਿੱਚ ਮਤਲਬ ਜੋ ਇਸ ਜ਼ਿੰਦਗੀ ਵਿੱਚ ਅਸੀਂ ਕਰਮ ਕਰ ਰਹੇ ਹਾਂ, ਰੱਬੀ ਦਰਗਾਹ ਦੇ ਅੰਦਰ ਉਹ ਕੰਮ ਆਉਣਗੇ, ਯਾਨੀ ਸਾਨੂੰ ਕਰਮਾਂ ਦਾ ਫਲ ਮਿਲੇਗਾ। ਤੇ ਰੱਬੀ ਦਰਗਾਹ ਕਿਹੜੀ ਹੈ? ਆ ਸੰਸਾਰ ਰੱਬ ਦੀ ਦਰਗਾਹ ਹੀ ਹੈ ਸਾਰਾ, ਕਿਉਂਕਿ ਜਗਤ ਦੇ ਅੰਦਰ ਕਿਤੇ ਵੀ ਐਸਾ ਥਾਂ ਨਹੀਂ ਜਿੱਥੇ ਰੱਬ ਨਾ ਹੋਵੇ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਹੋਣਾ, ਤੇ ਲੇਖਾ ਹਰ ਥਾਂ ਤੇ ਹੀ ਹੋ ਰਿਹਾ ਹੈ, ਹਰ ਸਮੇਂ ਹੀ ਹੋ ਰਿਹਾ ਹੈ। ਇਹ ਚੀਜ਼ਾਂ ਅਸੀਂ ਵਿਚਾਰ ਚੁੱਕੇ ਹਾਂ। ਫਿਰ ਮੈਂ ਥੋੜਾ ਜਿਹਾ ਇਸ ਚੀਜ਼ ਨੂੰ ਦੁਹਰਾ ਦਿਆਂ ਜਿਸ ਕਰਕੇ ਇਹ ਚੀਜ਼ ਸਮਝ ਆ ਜਾਏ। ਦੇਖੋ ਹੁਣ ਕਲਾਸ ਵਿੱਚ ਅਸੀਂ ਸਾਰੇ ਵੀਰ ਭੈਣਾਂ ਕਿੰਨੇ ਪਿਆਰ ਦੇ ਨਾਲ ਬੈਠੇ ਹੋਏ ਹਾਂ, ਸਾਡਾ ਮਨ ਟਿਕਾਵ ਵਿੱਚ ਹੈ, ਸਾਡੇ ਜੀਵਨ ਵਿੱਚ ਖੁਸ਼ੀ ਹੈ। ਲੇਕਿਨ ਜੇ ਇੱਥੇ ਬੈਠਿਆਂ ਕਿਸੇ ਦੇ ਮਨ ਅੰਦਰ ਕਿਸੇ ਦੂਜੇ ਵਾਸਤੇ ਈਰਖਾ ਪੈਦਾ ਹੋ ਜਾਏ, ਈਰਖਾ, ਹੁਣ ਕਲਾਸ ਤੇ ਉਹੀ ਹੈ, ਗੁਰਬਾਣੀ ਦੀ ਗੱਲ ਤੇ ਉਹੀ ਚੱਲ ਰਹੀ ਹੈ, ਪਰ ਜਿਸ ਵੀ ਵੀਰ ਭੈਣ ਦੇ ਮਨ ਅੰਦਰ ਈਰਖਾ ਪੈਦਾ ਹੋ ਗਈ ਨਾ, ਉਹਦਾ ਰੱਬ ਨੇ ਲੇਖਾ ਕਰ ਦਿੱਤਾ ਨਾਲ ਦੇ ਨਾਲ।
ਉਹਦੀ ਖੁਸ਼ੀ ਖਤਮ ਹੋ ਗਈ, ਹੁਣ ਅੰਦਰੇ ਅੰਦਰ ਉਹ ਸੜ ਰਿਹਾ ਹੈ। ਇਸੇ ਨੂੰ ਕਹਿੰਦੇ ਨੇ ਦਰਗਾਹ ਦੇ ਵਿੱਚ ਕੰਮ ਆਉਣਾ। ਜੋ ਅਸੀਂ ਕੰਮ ਕਰ ਰਹੇ ਹਾਂ ਉਹਨੇ ਕੰਮ ਆਉਣਾ, ਔਰ ਜੋ ਕੁਦਰਤੀ ਨਿਯਮ ਹੈ ਰੱਬ ਦਾ, ਜੋ ਕੁਦਰਤ ਦਾ ਬਝਵਾਂ ਨੇਮ ਹੈ, ਉਹਨੇ ਨਾਲ ਦੇ ਨਾਲ ਫਲ ਦੇ ਦੇਣਾ। ਤੇ ਜੇ ਈਰਖਾ ਦੇ ਵਿੱਚ ਕੋਈ ਸੜ ਰਿਹਾ ਹੈ, ਤੇ ਜੇ ਉਹ ਆਪਣੇ ਅੰਦਰ ਪ੍ਰੇਮ ਪੈਦਾ ਕਰ ਲਵੇ, ਤਾਂ ਉਹਨੂੰ ਨਾਲ ਦੇ ਨਾਲ ਫਲ ਮਿਲ ਜਾਣਾ ਕਿ ਉਹਦੇ ਅੰਦਰ ਖੁਸ਼ੀ ਪੈਦਾ ਹੋ ਜਾਏ। ਤਾਂ ਸਾਨੂੰ ਸਮਝਾਇਆ ਇਹ ਜਾ ਰਿਹਾ ਹੈ ਕਿ ਜੋ ਵੀ ਅਸੀਂ ਆਸਾਵਾਂ ਲੈ ਕੇ ਇਸ ਦੁਨੀਆ ਵਿੱਚ ਜੀ ਰਹੇ ਹਾਂ, ਉਹਨਾਂ ਆਸਾਵਾਂ ਨੂੰ ਪੂਰੀਆਂ ਕਰਨ ਵਾਸਤੇ ਜੋ ਅਸੀਂ ਕਰਮ ਕਰਦੇ ਹਾਂ, ਫਲ ਸਾਨੂੰ ਉਹਨਾਂ ਦਾ ਮਿਲਣਾ ਹੈ। ਆਸ ਤੇ ਰੱਖੀਏ ਖੁਸ਼ੀ ਦੀ, ਆਸ ਤੇ ਰੱਖੀਏ ਸ਼ਾਂਤੀ ਦੀ, ਲੇਕਿਨ ਕਰਮ ਕਰ ਰਹੇ ਹਾਂ 2 ਨੰਬਰ ਦੇ ਧੰਦੇ, ਈਰਖਾ, ਦਵੇਸ਼, ਵੈਰ ਵਿਰੋਧ ਵਾਲੇ, ਤਾਂ ਫਿਰ ਸ਼ਾਂਤੀ ਨਹੀਂ ਨਾ ਹੋਏਗੀ। ਤਾਂ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਰੱਬੀ ਰਚਨਾ ਦੇ ਅੰਦਰ, ਰੱਬੀ ਦਰਗਾਹ ਦੇ ਅੰਦਰ ਕੀਤੇ ਹੋਏ ਜਿਹੜੇ ਕੰਮ ਨੇ, ਉਹੀ ਸਾਡੇ ਕੰਮ ਆਉਂਦੇ ਨੇ, ਉਹਨਾਂ ਦਾ ਹੀ ਫਲ ਮਿਲਦਾ ਹੈ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਜੋ ਬਰਤਨ ਵਿੱਚ ਚੀਜ਼ ਪਾਓਗੇ ਉਹ ਹੀ ਨਿਕਲੇਗੀ, ਦੂਜਾ ਹੋਰ ਕੁਝ ਨਹੀਂ ਹੋ ਸਕਦਾ। ਜੇ ਬਰਤਨ ਵਿੱਚ ਲੱਸੀ ਪਾਈਏ ਤਾਂ ਲੱਸੀ ਨਿਕਲੇਗੀ, ਪਨੀਰ ਨਹੀਂ ਨਿਕਲੇਗਾ। ਜੇ ਬਰਤਨ ਵਿੱਚ ਕੇਤਲ ਦੇ ਅੰਦਰ ਚਾਹ ਹੈ ਤੇ ਚਾਹ ਹੀ ਨਿਕਲੇਗੀ, ਕੌਫੀ ਨਹੀਂ ਨਿਕਲੇਗੀ, ਦੁੱਧ ਨਹੀਂ ਨਿਕਲੇਗਾ। ਇਸੇ ਤਰ੍ਹਾਂ ਜੋ ਮੈਂਟੈਲਿਟੀ, ਮਾਨਸਿਕਤਾ ਦੇ ਅੰਦਰ ਹੋਏਗਾ, ਜੋ ਕਰਮ ਕਰਾਂਗੇ, ਵਿਹਾਰ ਕਰਾਂਗੇ, ਉਹਨਾਂ ਦਾ ਹੀ ਰਿਜ਼ਲਟ ਨਿਕਲੇਗਾ। ਅਗਲਾ ਬਚਨ ਕਰਦੇ ਨੇ ਫਰੀਦਾ, ਹੋਂ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜਿਨ੍ਹਾਂ ਵਾਸ, ਕੰਕਰ ਚੁਗਨ ਥਲ ਵਸਨ, ਰੱਬ ਨਾ ਛੋਡਨ ਪਾਸ। ਇੱਥੇ ਕੱਕਰ ਨੂੰ ਪੜਾਂਗੇ ਕੰਕਰ। ਫਰੀਦਾ ਹੋਂ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜਿਨ੍ਹਾਂ ਵਾਸ। ਬਾਬਾ ਫਰੀਦ ਜੀ ਕਹਿੰਦੇ ਨੇ, ਮੈਂ ਉਹਨਾਂ ਪੰਛੀਆਂ ਤੋਂ ਕੁਰਬਾਨ ਹਾਂ, ਜਾਨਵਰਾਂ ਤੋਂ ਕੁਰਬਾਨ ਹਾਂ, ਜਿਨ੍ਹਾਂ ਦਾ ਵਾਸ ਜੰਗਲ ਵਿੱਚ ਹੈ। ਇੱਥੇ ਤਿੰਨ ਦੇ ਨੰਨੇ ਥੱਲੇ ਹਾ ਬੁਲਾਣਾ ਥੋੜਾ ਜਿਹਾ, ਤਿੰਨ। ਜਿਨ੍ਹਾਂ ਨੰਨੇ ਨੂੰ ਥੋੜਾ ਭਾਰਾ ਕਰਾਂਗੇ, ਜਿਨ੍ਹਾਂ ਨਹੀਂ ਪੜਾਂਗੇ, ਜਿਨ੍ਹਾਂ। ਫਰੀਦਾ ਹੋਂ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜਿਨ੍ਹਾਂ ਵਾਸ। ਜੰਗਲ ਦੇ ਲੱਲੇ ਨਾਲ ਸਿਹਾਰੀ, ਜਿਹਦਾ ਮਤਲਬ ਜੰਗਲ ਵਿੱਚ, ਵਾਸ ਦਾ ਮਤਲਬ ਵਸੇਬਾ, ਪੰਖੀਆਂ ਦਾ ਮਤਲਬ ਪੰਛੀ, ਚਿੜੀਆਂ, ਕਾਂ, ਕਬੂਤਰ ਜੋ ਵੀ ਨੇ। ਬਾਬਾ ਫਰੀਦ ਜੀ ਕਹਿੰਦੇ ਨੇ, ਮੈਂ ਉਹਨਾਂ ਪੰਛੀਆਂ ਤੋਂ ਸਦਕੇ ਵਾਰ ਨੇ, ਕੁਰਬਾਨ, ਜਿਨ੍ਹਾਂ ਦਾ ਜੰਗਲ ਦੇ ਵਿੱਚ ਵਾਸਾ ਹੈ। ਕੋਈ ਉਹਨਾਂ ਦਾ ਘਰ ਨਹੀਂ, ਕੋਈ ਕੋਠੀਆਂ ਨਹੀਂ, ਕੋਈ ਮਹਿਲ ਮਾੜੀਆਂ ਨਹੀਂ। ਜੇ ਹਨੇਰੀ ਆਈ ਹੈ ਤਾਂ ਉਸ ਹਨੇਰੀ ਤੋਂ ਬਚਣ ਦਾ ਕੋਈ ਸਾਧਨ ਨਹੀਂ, ਜੇ ਗੜੇ ਪੈ ਰਹੇ ਨੇ ਤੇ ਬਚਣ ਦਾ ਸਾਧਨ ਨਹੀਂ, ਬਰਸਾਤ ਤੋਂ। ਕਹਿਣ ਦਾ ਭਾਵ ਕਿ ਜੋ ਜੰਗਲ ਵਿੱਚ ਵਸ ਰਹੇ ਨੇ, ਮੈਂ ਉਹਨਾਂ ਤੋਂ ਕੁਰਬਾਨ ਹਾਂ। ਕੰਕਰ ਚੁਗਣ, ਕੰਕਰ ਪੱਥਰ ਚੁਗਦੇ ਨੇ, ਭਾਵ ਕਿ ਉਹ ਸਾਧ ਮੁਰਾਦਾ ਖਾਣਾ ਖਾਂਦੇ ਨੇ, ਜੋ ਮਿਲ ਗਿਆ ਖਾ ਲਿਆ। ਥਲ ਵਸਨ, ਥਲ ਦਾ ਮਤਲਬ ਧਰਤੀ ਤੇ ਵਸਦੇ ਨੇ, ਭੂਮੀ ਤੇ, ਕੋਈ ਚੁਬਾਰੇ ਨਹੀਂ ਪਾਏ ਹੋਏ। ਰੱਬ ਨਾ ਛੋਡਨ ਪਾਸ, ਇੱਥੇ ਪਾਸ ਦਾ ਮਤਲਬ ਹੈ ਪਾਸਾ। ਜੇ ਪਾਸ ਤੇ ਸੱਸੇ ਨਾਲ ਸਿਹਾਰੀ ਹੁੰਦੀ ਨਾ, ਫਿਰ ਉਹਦਾ ਅਰਥ ਬਣ ਜਾਣਾ ਸੀ ਕੋਲ। ਪਾਸ ਦਮਾਮੇ ਛੱਤ ਸਿਰ, ਉੱਤੇ ਪਾਸ ਤੇ ਸੱਸੇ ਨਾਲ ਸਿਹਾਰੀ ਹੈ। ਇੱਥੇ ਪਾਸ ਦਾ ਮਤਲਬ ਹੈ ਪਾਸਾ। ਰੋੜ ਚੁਗਦੇ ਨੇ, ਭੋਏ ਤੇ ਵਸਦੇ ਨੇ, ਪਰ ਰੱਬ ਦਾ ਆਸਰਾ ਨਹੀਂ ਛੱਡਦੇ। ਹੁਣ ਬਾਬਾ ਫਰੀਦ ਜੀ ਕਹਿੰਦੇ ਨੇ, ਭਾਵ ਮਹਿਲਾਂ ਵਿੱਚ ਰਹਿਣ ਵਾਲੇ, ਸਾਢੇ ਤ੍ਰੈਮਣ ਦੇਹੂਰੀ ਪਲੇ ਹੋਏ ਸਰੀਰ ਵਾਲੇ, ਜਿਨ੍ਹਾਂ ਨੇ ਰੱਬ ਨੂੰ ਭੁਲਾ ਦਿੱਤਾ ਹੈ, ਚੰਗੇ ਕੰਮਾਂ ਨੂੰ ਛੱਡ ਦਿੱਤਾ ਹੈ, ਉਹਨਾਂ ਨਾਲੋਂ ਇਹ ਪੰਛੀ ਚੰਗੇ। ਇੱਕ ਬੰਦਾ ਹੈ, ਬੜੀ ਪਲੀ ਹੋਈ ਦੇਹੀ ਹੈ, ਬੜਾ ਸੋਹਣਾ ਸਰੀਰ ਹੈ, ਮਹਿਲਾਂ ਵਿੱਚ ਵਸਤ ਰਿਹਾ ਹੈ, ਲੱਡੂ, ਬਰਫੀ, ਗੁਲਾਬ ਜਾਮਨ, ਸਮੋਸੇ, ਪਕੌੜੇ, 버ਗਰ, ਪੀਜੇ ਵਗੈਰਾ ਵਗੈਰਾ ਖਾਂਦਾ ਹੈ। ਵੈਜ, ਨੌਨ ਵੈਜ, ਜੋ ਚੀਜ਼ ਖਾਣੀ ਹੈ ਉਹ ਖਾ ਰਿਹਾ ਹੈ, ਪਲੀਆਂ ਤੇ ਰਹਿ ਰਿਹਾ ਹੈ, ਚੰਗੇ ਗੱਦਿਆਂ ਤੇ ਸੌ ਰਿਹਾ ਹੈ, ਲੇਕਿਨ ਸ਼ੁਭ ਗੁਣਾਂ ਨੂੰ ਭੁਲਾਇਆ ਹੋਇਆ। ਰੱਬੀ ਗੁਣ ਉਹਦੇ ਵਿੱਚ ਨਹੀਂ, ਇਨਸਾਨੀਅਤ ਉਹਦੇ ਵਿੱਚ ਨਹੀਂ, ਉਹ ਕਿਸੇ ਦੀ ਸਹਾਇਤਾ ਨਹੀਂ ਕਰਦਾ, ਦਇਆ ਧਰਮ ਉਹਦੇ ਵਿੱਚ ਨਹੀਂ ਹੈ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ, ਉਸ ਬੰਦੇ ਨਾਲੋਂ ਇਹ ਜੰਗਲ ਵਿੱਚ ਜੀਣ ਵਾਲੇ ਪੰਛੀ ਚੰਗੇ ਨੇ, ਜੋ ਰੱਬ ਵਾਲਾ ਪਾਸਾ ਨਹੀਂ ਛੱਡਦੇ। ਰੱਬ ਵਾਲੇ ਪਾਸੇ ਦਾ ਮਤਲਬ ਜੋ ਰੱਬੀ ਰਜਾ ਵਿੱਚ ਰਹਿ ਰਹੇ ਨੇ, ਨਿਯਮ ਦੇ ਅੰਦਰ ਰਹਿ ਰਹੇ ਨੇ, ਰਜਾ ਦੇ ਵਿੱਚ ਰਹਿ ਰਹੇ ਨੇ, ਨਿਯਮ ਜੋ ਕੁਦਰਤ ਦਾ ਲਾ ਆਫ ਨੇਚਰ ਹੈ ਉਹਦੇ ਵਿੱਚ ਰਹੀ ਜਾ ਰਹੇ ਨੇ। ਇਹ ਚੀਜ਼ ਨੂੰ ਥੋੜਾ ਜਿਹਾ ਆਪਾਂ ਸਮਝਣ ਦਾ ਯਤਨ ਕਰੀਏ। ਕਦੀ ਕਾਂ ਨੇ ਇਹ ਟਰਾਈ ਨਹੀਂ ਕੀਤੀ ਕਿ ਮੈਂ ਮੋਰ ਬਣ ਜਾਵਾਂ,
ਤੇ ਨਾ ਹੀ ਕਾਂ ਨੇ ਕਦੇ ਮੋਰ ਦੇ ਨਾਲ ਈਰਖਾ ਕੀਤੀ, ਇਹਦਾ ਰੰਗ ਕਿੰਨੇ ਸੋਹਣੇ ਨੇ ਤੇ ਮੈਂ ਮੋਰ ਹੁੰਦਾ। ਕਦੇ ਖੋਤੇ ਨੇ ਘੋੜਾ ਬਣਨ ਦਾ ਯਤਨ ਨਹੀਂ ਕੀਤਾ ਤੇ ਘੋੜੇ ਨੇ ਕਦੇ ਹਾਥੀ ਬਣਨ ਦਾ ਯਤਨ ਨਹੀਂ ਕੀਤਾ। ਜੋ ਜਿੱਥੇ ਹੈ ਉੱਥੇ ਖੁਸ਼ ਹੈ। ਇੱਕ ਨਾ ਕਹਾਣੀ ਹੈ ਨਿੱਕੀ ਜੀ, ਸਿਰਫ ਕਹਾਣੀ ਹੈ, ਸੱਚ ਨਹੀਂ। ਕਹਾਣੀ ਸੁਣਾ ਰਿਹਾ। ਕਹਾਣੀ ਦਾ ਮਤਲਬ ਹੁੰਦਾ ਹੈ ਕਹਾ ਪਲਸ ਨੀ ਦਾ ਮਤਲਬ ਨਹੀਂ ਹੈ, ਕਹਾ ਦਾ ਮਤਲਬ ਕਿਹਾ ਗਿਆ ਹੈ। ਕਹਾਣੀ ਦਾ ਮਤਲਬ ਹੀ ਹੁੰਦਾ ਹੈ ਕਿ ਝੂਠ ਇੱਕ ਮਨ ਘੜਤ ਚੀਜ਼ ਹੈ, ਕਹਾਣੀ ਹੈ, ਸਿਰਫ ਕਹਾਣੀ ਬਣਾਈ ਗਈ ਹੈ ਨਹੀਂ, ਸੱਚ ਨਹੀਂ ਹੈ। ਇੱਕ ਕਹਾਣੀ ਹੈ ਕਿ ਕਿਸੇ ਨੇ ਬੜਾ ਚੰਗਾ ਰੱਬ ਦਾ ਕੋਈ ਪਿਆਰਾ ਸੀ ਤੇ ਪ੍ਰਹਿਲਾਦ ਦੇ ਨਾਲ ਇਹ ਕਹਾਣੀ ਜੋੜੀ ਗਈ ਹੈ। ਕਹਾਣੀ ਹੈ, ਸਿਰਫ ਇਹਨੂੰ ਸੱਚ ਨਾ ਸਮਝਣਾ। ਮੈਂ ਦੁਬਾਰਾ ਫਿਰ ਕਹਿ ਦਿਆਂ। ਕਹਿੰਦੇ ਨੇ ਪ੍ਰਹਿਲਾਦ ਨੂੰ ਕਿਹਾ ਵੀ ਤੈਨੂੰ ਸਵਰਗ ਦੇ ਵਿੱਚ ਜਗ੍ਹਾ ਮਿਲੇਗੀ, ਤੇ ਪ੍ਰਹਿਲਾਦ ਕਹਿਣ ਲੱਗਾ ਵੀ ਮੈਂ ਇਕੱਲੇ ਨਹੀਂ ਜਾਣਾ, ਮੇਰਾ ਆਪਣੇ ਨਗਰ ਸ਼ਹਿਰ ਦੇ ਨਾਲ, ਹਰ ਜੀਵ ਜੰਤ ਦੇ ਨਾਲ ਪਿਆਰ ਹੈ, ਮੈਂ ਤੇ ਤਾਂ ਜਾਵਾਂਗਾ ਜੇ ਸਾਰਾ ਸ਼ਹਿਰ ਨੂੰ ਸਵਰਗ ਵਿੱਚ ਲਿਜਾਇਆ ਜਾਏ। ਤੇ ਕਹਿੰਦੇ ਨੇ ਆਕਾਸ਼ਵਾਣੀ ਹੋਈ ਵੀ ਅਸੀਂ ਸ਼ਹਿਰ ਨੂੰ ਲੈ ਜਾਾਂਗੇ, ਤੇਰਾ ਸਾਰਾ ਸ਼ਹਿਰ ਵੀ, ਪਰ ਆਪਣੇ ਸ਼ਹਿਰ ਦੇ ਜੀਵ ਜਨਤਾ ਤੋਂ ਪੁੱਛ ਲੈ ਵੀ ਉਹ ਜਾਣਾ ਵੀ ਚਾਹੁੰਦੇ ਨੇ ਕਿ ਨਹੀਂ, ਧੱਕੇ ਨਾਲ ਤੇ ਨਹੀਂ ਨਾ ਲਿਜਾਇਆ ਜਾ ਸਕਦਾ। ਤੇ ਪ੍ਰਹਿਲਾਦ ਨੇ ਕਿਹਾ ਚਲੋ ਪੁੱਛ ਲੈਣਾ ਵਾ, ਸਿਰਫ ਮੈਂ ਕਹਾਣੀ ਕਹਿ ਰਿਹਾ, ਇਹਨੂੰ ਸੱਚ ਨਾ ਸਮਝਣਾ, ਮੈਂ ਬਾਰ-ਬਾਰ ਕਹਿ ਦਿਆਂ। ਕਹਿੰਦੇ ਨੇ ਪ੍ਰਹਿਲਾਦ ਬਾਹਰ ਨਿਕਲਿਆ ਤੇ ਬਾਹਰ ਇੱਕ ਗੰਦੀ ਨਾਲੀ ਦੇ ਵਿੱਚ ਸੂਰ ਲੇਟ ਰਿਹਾ ਸੀ ਤੇ ਵਿਸ਼ਟਾ ਖਾ ਰਿਹਾ ਸੀ। ਪ੍ਰਹਿਲਾਦ ਨੇ ਕਿਹਾ ਵੀ ਇਹ ਸੂਰ, ਮੈਂ ਤੇਰੇ ਵਾਸਤੇ ਸਵਰਗ ਦਾ ਇੰਤਜ਼ਾਮ ਕਰਕੇ ਆਇਆ, ਹੁਣ ਤੈਨੂੰ ਵਿਸ਼ਟਾ ਵਿੱਚ ਨਹੀਂ ਲਿਖਣਾ ਪਵੇਗਾ, ਹੁਣ ਤੈਨੂੰ ਸਵਰਗ ਮਿਲੇਗਾ, ਜਿੱਥੇ ਬਾਗ ਬਗੀਚੇ ਨੇ, ਗੁਲਾਬ ਦੇ ਫੁੱਲ ਨੇ, ਜਿੱਥੇ ਸ਼ਹਿਦ ਦੀਆਂ ਨਦੀਆਂ ਨੇ, ਅੰਗੂਰਾਂ ਦੇ ਸ਼ਰਾਬ ਦੀਆਂ ਨਦੀਆਂ ਵਗ ਰਹੀਆਂ ਨੇ, ਜਿੱਥੇ ਖਜੂਰ ਨੇ, ਜਿੱਥੇ ਬਹੁਤ ਚੰਗੀ ਤੋਂ ਚੰਗੀ ਚੀਜ਼ ਹੈ, ਉੱਥੇ ਤੈਨੂੰ ਸਵਰਗ ਦੇ ਅੰਦਰ ਰਹਿਣਾ ਮਿਲੇਗਾ। ਤੇ ਸੂਰ ਨੇ ਪੁੱਛਿਆ ਵੀ ਪ੍ਰਹਿਲਾਦ ਜੀ, ਉਸ ਸਵਰਗ ਦੇ ਅੰਦਰ ਵਿਸ਼ਟਾ ਮਿਲੇਗੀ ਖਾਣ ਨੂੰ? ਤੇ ਉਹ ਸਵਰਗ ਦੇ ਅੰਦਰ ਆ ਜਿਹੜਾ ਨਾਲਾ ਹੈ, ਜਿਸ ਦੇ ਵਿੱਚ ਮੈਂ ਲੇਟ ਰਿਹਾ, ਮਜ਼ੇ ਲੈ ਰਿਹਾ, ਇਹੋ ਜਿਹਾ ਨਾਲਾ ਮਿਲੇਗਾ? ਤੇ ਪ੍ਰਹਿਲਾਦ ਕਹਿਣ ਲੱਗਾ ਨਾ 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 ਨਾ, ਉਹ ਤਾਂ ਸਵਰਗ ਦੇ ਵਿੱਚ ਤੇ ਹਰੀ ਹਰੀ ਘਾਹ ਤੇ ਸੋਹਣੇ ਸੋਹਣੇ ਪੀਜੇ, 버ਗਰ ਤੇ ਉੱਥੇ ਗੁਲਾਬ ਜਾਮਨ, ਰਸਗੁੱਲੇ ਤੇ ਮਤਲਬ ਵਧੀਆ ਵਧੀਆ ਚੀਜ਼ਾਂ, ਸਾਰਾ ਕੁਝ ਉੱਥੇ ਤਾਂ ਸੋਹਣੇ ਸੋਹਣੇ ਗਦੇਲੇ ਤੈਨੂੰ ਮਿਲਣਗੇ, ਮਖਮਲੀ ਗਦੇਲੇ। ਉਹ ਕਹਿਣ ਲੱਗਾ ਭਰਾ ਫਿਰ ਮੈਂ ਤੇਰੇ ਸਵਰਗ ਵਿੱਚ ਨਹੀਂ ਜਾਣਾ, ਮੇਰੇ ਲਈ ਇਹ ਸਵਰਗ ਹੈ ਜਿਸ ਸਵਰਗ ਦੇ ਅੰਦਰ ਖਾਣ ਲਈ ਵਿਸ਼ਟਾ ਹੀ ਨਹੀਂ ਮਿਲਣੀ, ਜਿੱਥੇ ਲੇਟਣ ਵਾਸਤੇ ਨਾਲਾ ਹੀ ਨਹੀਂ ਮਿਲਣਾ, ਮੈਂ ਉਹ ਸਵਰਗ ਨੂੰ ਅੱਗ ਲਾਣੀ, ਮੈਨੂੰ ਨਹੀਂ ਚਾਹੀਦਾ ਤੇਰਾ ਸਵਰਗ, ਚਲਾ ਜਾ। ਯਾਨੀ ਜਾਨਵਰ ਜਿਹੜੇ ਨੇ ਉਹ ਜਿੱਥੇ ਹੈ ਨੇ ਉੱਥੇ ਸੰਤੁਸ਼ਟ ਨੇ, ਉਸ ਨਿਯਮ ਦੇ ਅੰਦਰ ਜੀ ਰਹੇ ਨੇ। ਇਹਨੂੰ ਕਹਿੰਦੇ ਨੇ ਰੱਬ ਨਾ ਛੋੜਨ ਪਾਸ। ਉਹ ਇੱਕ ਦੂਜੇ ਦੇ ਨਾਲ ਸੜਦੇ ਨਹੀਂ ਕਿ ਇੱਕ ਬੜਾ ਉੱਚਾ ਉੱਡ ਰਿਹਾ ਹੈ ਤੇ ਦੂਜਾ ਨਹੀਂ ਉੱਡ ਪਾਉਂਦਾ, ਤੇ ਉਹ ਸੜਦੇ ਨਹੀਂ, ਸਿਰਫ ਉਹਨਾਂ ਨੂੰ ਖਾਣ ਪੀਣ ਚਾਹੀਦਾ ਹੈ, ਆਪਣੀ ਜ਼ਿੰਦਗੀ ਜੀ ਰਹੇ ਨੇ, ਰੱਬੀ ਰਜ਼ਾ ਦੇ ਵਿੱਚ ਜੀ ਰਹੇ ਨੇ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਮੈਂ ਉਹਨਾਂ ਪੰਛੀਆਂ ਤੋਂ ਕੁਰਬਾਨ ਹਾਂ ਜੋ ਕੁਦਰਤ ਦੇ ਨਿਯਮਾਂ ਨੂੰ ਫੋਲੋ ਕਰ ਰਹੇ ਨੇ, ਰੁੱਖਾ ਮਿੱਸਾ ਖਾ ਰਹੇ ਨੇ, ਥਲ ਦੇ ਉੱਤੇ ਵਸ ਰਹੇ ਨੇ, ਲੇਕਿਨ ਉਹ ਰੱਬੀ ਰਜ਼ਾ ਤੋਂ ਬਾਹਰ ਨਹੀਂ ਹਨ। ਯਾਨੀ ਇੱਥੇ ਇਹ ਦਰਸਾਇਆ ਜਾ ਰਿਹਾ ਹੈ ਕਿ ਜਿਹੜੇ ਸਾਢੇ ਤ੍ਰੈਮਣ ਦੇਹੁਰੀ ਵਾਲੇ ਨੇ, ਪਲੀ ਪੋਸ਼ੀ ਦੇਹੁਰੀ ਹੈ, ਬੜਾ ਸੋਹਣਾ ਸਰੀਰ ਹੈ, ਮਖਮਲੀ ਗਦੇਲਿਆਂ ਤੇ ਸੌਂਦੇ ਨੇ, ਮਹੱਲਾਂ ਵਿੱਚ ਰਹਿੰਦੇ ਨੇ, ਪੀਜੇ 버ਗਰ ਖਾਂਦੇ ਨੇ, ਲੇਕਿਨ ਰੱਬ ਵਾਲਾ ਪਾਸਾ ਛੱਡ ਗਏ ਨੇ, ਇਨਸਾਨੀਅਤ ਛੱਡ ਦਿੱਤੀ ਹੈ, ਸਚਾਈ ਨਹੀਂ ਹੈ, ਦਇਆ ਨਹੀਂ ਹੈ, ਪ੍ਰੇਮ ਨਹੀਂ ਹੈ, ਮੁਹੱਬਤ ਨਹੀਂ ਹੈ, ਨਿਰਭੈਤਾ ਔਰ ਨਿਰਵੈਰਤਾ ਨਹੀਂ ਹੈ, ਉਹਨਾਂ ਨਾਲੋਂ ਇਹ ਪੰਛੀ ਚੰਗੇ ਨੇ। ਸਾਨੂੰ ਇੱਥੇ ਇਹ ਸਮਝਾਇਆ ਜਾ ਰਿਹਾ। ਗੁਰਦੇਵ ਨੇ ਪਾਵਨ ਬਾਣੀ ਵਿੱਚ ਹੋਰ ਥਾਂ ਵੀ ਇਹ ਬਚਨ ਕੀਤੇ ਨੇ ਦੂਜੇ ਤਰੀਕੇ ਨਾਲ। ਉਹ ਆਪ ਬਚਨ ਕਰਦੇ ਨੇ ਕਿ ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇਹ। ਪਸ਼ੂ ਨੂੰ ਚੰਗਿਆਈਆਂ ਮਿਲਦੀਆਂ ਨੇ, ਖੜ ਦਾ ਮਤਲਬ ਤੂੜੀ ਆਦਿ ਰੁੱਖਾ ਮਿੱਸਾ ਖਾ ਕੇ, ਘਾਹ ਖਾ ਕੇ, ਅੰਮ੍ਰਿਤ ਦੇਹ ਦੁੱਧ ਦਿੰਦੇ ਨੇ, ਗਾਵਾਂ ਮੱਝਾਂ ਆਦਿਕ ਬੱਕਰੀਆਂ ਵਗੈਰਾ ਜੰਗਲ ਦੇ ਵਿੱਚ ਚਰ ਕੇ, ਰੁੱਖਾ ਮਿੱਸਾ ਤੂੜੀ ਤਾੜੀ ਖਾ ਕੇ ਦੁੱਧ ਦਿੰਦੀਆਂ ਨੇ ਅੰਮ੍ਰਿਤ ਵਰਗਾ। ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਗੁਰੂ ਜੀ ਕਹਿੰਦੇ ਨੇ ਲਾਨਤ ਹੈ ਉਹਨਾਂ ਲੋਕਾਂ ਨੂੰ ਜਿਹੜੇ ਇਨਸਾਨ ਹੁੰਦਿਆਂ ਹੋਇਆਂ ਵਿਕਾਰਾਂ ਵਾਲੇ ਕਰਮ ਕਰ ਰਹੇ ਨੇ, ਉਹਨਾਂ ਨਾਲੋਂ ਤੇ ਪਸ਼ੂ ਚੰਗੇ ਨੇ। ਇੱਥੇ ਵੀ ਇਹੀ ਚੀਜ਼ ਕਹੀ ਜਾ ਰਹੀ ਹੈ ਕਿ ਸਾਢੇ ਤ੍ਰੈਮਣ ਦੇਹੁਰੀ, ਪਲਿਆ ਪੋਸਿਆ ਸਰੀਰ, ਚੰਗੇ ਪਦਾਰਥ ਖਾਂਦਿਆਂ ਹੋਇਆਂ ਜਿਹੜਾ ਬੰਦਾ ਸੱਚ ਦਾ ਪਾਸਾ ਛੱਡ ਗਿਆ ਹੈ, ਉਹਦੇ ਨਾਲੋਂ ਤਾਂ ਜੰਗਲ ਦੇ ਜਾਨਵਰ ਭਲੇ ਨੇ, ਚੰਗੇ ਨੇ।
ਫਰੀਦਾ ਰੁੱਤ ਫਿਰੀ ਵਣ ਕੰਬਿਆ, ਪੱਤ ਚੜੇ ਚੜ ਪਾਹੇ, ਚਾਰੇ ਕੁੰਡਾਂ ਢੂੰਢੀਆਂ, ਰਹਿਣ ਕਿਥਾਉ ਨਾਹੇ। ਰੁੱਤ ਫਿਰੀ, ਇਹਨੂੰ ਰੁੱਤ ਪੋਲਾ ਜਾਂ ਨਹੀਂ ਪੜਨਾ, ਰੁੱਤ ਫਿਰੀ ਵਣ ਕੰਬਿਆ, ਪੱਤ ਝੜੇ ਚੜ ਪਾਹੇ, ਪਾਹੇ ਨਹੀਂ ਪਾਹੇ, ਕਿਉਂਕਿ ਕਿਰਿਆਵਾਚੀ ਹਾਹੇ ਦੇ ਨਾਲ ਜਦੋਂ ਆਖਰੀ ਅਕਸ਼ਰ ਦੇ ਨਾਲ ਸਿਹਾਰੀ ਹੋਏ ਨਾ ਤਾਂ ਉਹ ਬਹੁਵਚਨੀ ਸ਼ਬਦ ਹੁੰਦਾ ਹੈ, ਉਹਦਾ ਉਚਾਰਨ ਨਾਸਤੀ ਹੁੰਦਾ ਹੈ। ਰੁੱਤ ਫਿਰੀ ਵਣ ਕੰਬਿਆ, ਪੱਤ ਝੜੇ ਚੜ ਪਾਹੇ। ਫਿਰੀ ਦਾ ਮਤਲਬ ਬਦਲ ਗਈ, ਵਣ ਦਾ ਮਤਲਬ ਜੰਗਲ, ਜੰਗਲ ਦਾ ਹਰ ਇੱਕ ਰੁੱਖ, ਕੰਬਿਆ ਦਾ ਮਤਲਬ ਕੰਬਦਾ ਹੈ। ਬਾਬਾ ਫਰੀਦ ਜੀ ਕਹਿੰਦੇ ਨੇ ਮੌਸਮ ਬਦਲ ਗਿਆ ਹੈ ਤੇ ਜੰਗਲ ਦਾ ਬੂਟਾ ਬੂਟਾ ਹਿੱਲਿਆ ਹੈ, ਹਵਾ ਚੱਲਣ ਦੇ ਨਾਲ ਹਿਲਦਾ ਹੈ ਨਾ। ਪੱਤ ਝੜੇ ਚੜ ਪਾਹੇ, ਤੇ ਪੱਤੇ ਝੜ ਝੜ ਕੇ ਥੱਲੇ ਡਿੱਗ ਰਹੇ ਨੇ। ਜਦੋਂ ਪੱਤਝੜ ਆਉਂਦੀ ਹੈ, ਪੱਤਝੜ ਆਉਣ ਦੇ ਨਾਲ ਵਰਖਾਂ ਦੇ, ਰੁੱਖਾਂ ਦਰਖਤਾਂ ਦੇ ਪੱਤੇ ਪੀਲੇ ਹੋ ਜਾਂਦੇ ਨੇ, ਤੇ ਜਦੋਂ ਹਵਾ ਆਉਂਦੀ ਹੈ ਰੁੱਖ ਹਿਲਦੇ ਨੇ ਤੇ ਪੱਤੇ ਝੜ ਝੜ ਕੇ ਥੱਲੇ ਡਿੱਗਦੇ ਨੇ। ਰੁੱਖ ਦੇ ਨਾਲੋਂ ਉਹਨਾਂ ਦਾ ਨਾਤਾ ਟੁੱਟ ਜਾਂਦਾ ਹੈ। ਆਖਿਰ ਹਵਾ ਉਹਨਾਂ ਨੂੰ ਉਡਾ ਕੇ ਲੈ ਜਾਂਦੀ ਹੈ, ਰੁੱਖ ਤੋਂ ਦੂਰ ਚਲੇ ਜਾਂਦੇ ਨੇ, ਮਿੱਟੀ ਵਿੱਚੋਂ ਮਿਲ ਜਾਂਦੇ ਨੇ। ਕਿਸੇ ਨੇ ਬੜਾ ਸੋਹਣਾ ਲਿਖਿਆ ਹੈ, ਉਹ ਕਹਿੰਦਾ ਹੈ, ਪੱਤਾ ਟੂਟਾ ਡਾਲ ਸੇ ले गई पवन उड़ाए, अब के बिछड़े कब मिलेंगे, दूर पड़ेंगे जाए। ਕਿ ਪੱਤਾ ਟਹਿਣੀ ਦੇ ਨਾਲੋਂ ਟੁੱਟਿਆ, ਹਵਾ ਉੱਡ ਕੇ ਲੈ ਗਈ ਉਡਾ ਕੇ। ਉਹ ਕਹਿੰਦਾ ਵੀ ਹੁਣ ਦੇ ਵਿਛੜੇ ਕਦੋਂ ਮਿਲਾਂਗੇ, ਭਾਵ ਕਦੇ ਵੀ ਨਹੀਂ ਮਿਲਣਾ, ਕਿਉਂਕਿ ਹੁਣ ਤੇ ਬਹੁਤ ਦੂਰ ਚਲੇ ਜਾਣਾ ਹੈ, ਰੁੱਖ ਦੇ ਨਾਲ ਦੁਬਾਰਾ ਮਿਲਾਪ ਤਾਂ ਨਹੀਂ ਹੋਣਾ। ਤਾਂ ਜਦੋਂ ਰੁੱਤ ਬਦਲਦੀ ਹੈ, ਪਤਝੜ ਆਉਂਦੀ ਹੈ, ਹਵਾ ਚੱਲਦੀ ਹੈ, ਜੰਗਲ ਦੇ ਬੂਟੇ ਹਿਲਦੇ ਨੇ ਤੇ ਪੱਤੇ ਟੁੱਟ ਟੁੱਟ ਕੇ ਥੱਲੇ ਡਿੱਗਦੇ ਨੇ। ਬਾਬਾ ਫਰੀਦ ਜੀ ਕਹਿੰਦੇ ਨੇ, ਚਾਰੇ ਕੁੰਡਾਂ ਢੂੰਢੀਆਂ, ਰਹਿਣ ਕਿਥਾਉ ਨਾਹੇ। ਰਹਿਣ ਦਾ ਮਤਲਬ ਥਿਰਤਾ, ਸदैवी ਰਹਿਣਾ। ਕਿਥਾਉ ਦਾ ਮਤਲਬ ਕਿਤੇ ਵੀ ਨਹੀਂ। ਬਾਬਾ ਫਰੀਦ ਜੀ ਕਹਿੰਦੇ ਨੇ, ਇਸੇ ਤਰ੍ਹਾਂ ਮੈਂ ਜਗਤ ਦੇ ਸਾਰੇ ਪਾਸੇ ਢੂੰਡ ਵੇਖੇ ਨੇ, ਗੌਰ ਦੇ ਨਾਲ ਵੇਖ ਲਿਆ ਹੈ, ਅਜਮਾ ਲਿਆ ਹੈ। ਰਹਿਣ ਕਿਥਾਉ ਨਾਹੇ, ਥਿਰਤਾ ਕਿਤੇ ਵੀ ਨਹੀਂ। ਨਾ ਹੀ ਰੁੱਤ ਇੱਕੋ ਜਿਹੀ ਰਹਿ ਸਕਦੀ ਹੈ ਤੇ ਨਾ ਹੀ ਰੁੱਖਾਂ ਦੇ ਪੱਤਰ ਸਦਾ ਟਿਕੇ ਰਹਿ ਸਕਦੇ ਨੇ। ਭਾਵ ਸਮਾਂ ਗੁਜ਼ਰਨ ਤੇ ਇਸ ਮਨੁੱਖ ਦੇ ਉੱਤੇ ਬੁਢੇਪਾ ਆ ਜਾਂਦਾ, ਰੁੱਤ ਫਿਰ ਜਾਂਦੀ ਹੈ ਨਾ। ਅਸੀਂ ਬੱਚੇ ਸਾਂ, ਬੱਚਿਆਂ ਤੁਸੀਂ ਜਵਾਨ ਹੋ ਗਏ, ਰੁੱਤ ਫਿਰ ਗਈ, ਰੁੱਤ ਬਦਲ ਗਈ, ਸਮਾਂ ਇੱਕੋ ਜਿਹਾ ਨਹੀਂ ਰਹਿੰਦਾ, ਸਰੀਰ ਇੱਕੋ ਜਿਹਾ ਨਹੀਂ ਰਹਿੰਦਾ, ਤੇ ਜਵਾਨੀ ਤੋਂ ਹੁਣ ਬੁਢੇਪਾ ਆ ਗਿਆ। ਤੇ ਬੜਾ ਫਰਕ ਹੁੰਦਾ ਹੈ, ਜਦੋਂ ਬੱਚਾ ਹੈ ਨਾ, ਉਹ ਆਪਣੇ ਅੱਗੇ ਭਵਿੱਖ ਵੱਲ ਵੇਖਦਾ ਹੈ ਤਾਂ ਉਹਨੂੰ ਜਵਾਨੀ ਦਿਸਦੀ, ਤੇ ਉਹ ਕਹਿੰਦਾ ਮੈਂ ਛੇਤੀ ਵੱਡਾ ਹੋਊਂਗਾ, ਉਹਨੂੰ ਜਵਾਨੀ ਦਿਸਦੀ ਹੈ। ਤੇ ਜਵਾਨ ਬੰਦਾ ਜਦੋਂ ਅੱਗੇ ਵੇਖਦਾ ਤੇ ਉਹਨੂੰ ਬੁਢੇਪਾ ਦਿਸਦਾ। ਤੇ ਜਦੋਂ ਸਾਡੇ ਵਰਗੇ ਅੱਗੇ ਵੇਖਦੇ ਨੇ ਤਾਂ ਹੁਣ ਸਾਨੂੰ ਤੇ ਅੱਗੇ ਮੌਤ ਹੀ ਦਿਸ ਰਹੀ ਹੈ। ਬੁੱਢੇ ਨੂੰ ਤੇ ਅੱਗੇ ਮੌਤ ਹੀ ਦਿਸਦੀ, ਹੁਣ ਬੁਢੇਪੇ ਤੋਂ ਬਚਪਨ ਤੇ ਦੁਬਾਰਾ ਆਉਣਾ ਨਹੀਂ, ਜਵਾਨੀ ਤੇ ਦੁਬਾਰਾ ਆਉਣੀ ਨਹੀਂ, ਹੁਣ ਤੇ ਅੱਗੇ ਨਹੀਂ, ਅੱਗੇ ਤੇ ਮੌਤ ਹੀ ਹੈ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ, ਜਿਵੇਂ ਨਾ ਤੇ ਰੁੱਤ ਇੱਕੋ ਦੀ ਰਹਿੰਦੀ ਹੈ, ਸਮਾਂ ਇੱਕ ਜੈਸਾ ਨਹੀਂ ਰਹਿੰਦਾ, ਰੁੱਖਾਂ ਦੇ ਜਿਵੇਂ ਪੱਤਰ ਸਦਾ ਟਿਕੇ ਹੋਏ ਨਹੀਂ ਰਹਿੰਦੇ, ਐਵੇਂ ਸਮਾਂ ਗੁਜ਼ਰਨ ਦੇ ਨਾਲ ਇਸ ਮਨੁੱਖ ਤੇ ਵੀ ਬਚਪਨ ਤੋਂ ਜਵਾਨੀ, ਜਵਾਨੀ ਤੋਂ ਬੁਢੇਪਾ ਆ ਜਾਂਦਾ ਹੈ। ਸਾਰੇ ਅੰਗ ਕਮਜ਼ੋਰ ਹੋ ਜਾਂਦੇ ਨੇ ਤੇ ਆਖਿਰ ਬੰਦਾ ਢਹਿ ਪੈਂਦਾ। ਯਾਨੀ ਇੱਥੇ ਦਰਸਾਇਆ ਜਾ ਰਿਹਾ ਕਿ ਸदैवी ਥਿਰਤਾ ਕਿਤੇ ਵੀ ਨਹੀਂ। ਸਰੀਰ ਕਰਕੇ ਬਦਲਾਵ ਹਰ ਇਨਸਾਨ ਦੇ ਅੰਦਰ ਆਣਾ ਹੈ, ਇਹ ਕੁਦਰਤੀ ਹੈ। ਮੌਤ ਹਰ ਇਨਸਾਨ ਦੀ ਆਉਣੀ ਹੈ। ਤਾਂ ਇੱਥੇ ਸਾਨੂੰ ਡਰਾਇਆ ਨਹੀਂ ਜਾ ਰਿਹਾ, ਇੱਥੇ ਨੈਗੇਟਿਵਿਟੀ ਨਹੀਂ ਪੈਦਾ ਕੀਤੀ ਜਾ ਰਹੀ, ਸਮਝਾਇਆ ਇਹ ਜਾ ਰਿਹਾ ਹੈ ਕਿ ਜਦ ਇਸ ਦੁਨੀਆ ਤੋਂ ਚਲੇ ਜਾਣਾ ਹੈ, ਮੌਤ ਆ ਹੀ ਜਾਣੀ ਹੈ, ਤਾਂ ਜਿਉਂਦੇ ਤੇ ਨਾ ਮਰੋ। ਜਦੋਂ ਤੱਕ ਹੈ ਜੀਵਨ ਹੈ, ਉਦੋਂ ਤੱਕ ਤੇ ਜੀਵੋ, ਉਦੋਂ ਤੱਕ ਤੇ ਥੋੜਾ ਹੱਸੋ, ਥੋੜਾ ਮੁਸਕਰਾਓ, ਥੋੜਾ ਸੱਚ ਦੇ ਨਾਲ ਜੁੜੋ, ਪੋਜ਼ਿਟਿਵ ਰਹੋ, ਸਕਾਰਾਤਮਕ ਰਹੋ। ਜਿੰਦੇ ਹੋ ਤੇ ਜਿੰਦਾ ਹੋਣ ਦਾ ਪ੍ਰਮਾਣ ਵੀ ਦਿਓ, ਇਨਸਾਨ ਹੋ ਤਾਂ ਇਨਸਾਨੀਅਤ ਦਾ ਪ੍ਰਮਾਣ ਵੀ ਦਿਓ। ਚੰਗੇ ਕੰਮ ਕਰੋ, ਭਲੇ ਕਰਮ ਕਰੋ, ਕਿਸੇ ਦੀ ਹੈਲਪ ਕਰ ਲਓ, ਚੰਗੇ ਕਰਮ ਕਰ ਲਓ, ਚੰਗੀ ਤਰ੍ਹਾਂ ਜ਼ਿੰਦਗੀ ਨੂੰ ਗੁਜ਼ਾਰ ਲਓ। ਕਿਉਂ ਈਰਖਾ, ਦਵੇਸ਼, ਵੈਰ ਵਿਰੋਧ ਦੇ ਅੰਦਰ ਗਲਤਾਨ ਹੋਣਾ? ਜਿਵੇਂ ਪੰਛੀ ਚੰਗੇ ਨੇ ਤੁਹਾਡੇ ਨਾਲੋਂ ਬੰਦਿਆ ਪਸ਼ੂ ਚੰਗੇ ਨੇ, ਤਾਂ ਕਿਉਂ ਬੰਦਾ ਹੁੰਦਾ ਹੋਇਆ ਪਸ਼ੂ ਬਣਿਆ ਹੈ?
ਇੱਕ ਦਿਨ ਮਰ ਹੀ ਜਾਣਾ ਹੈ, ਤਾਂ ਜਿਉਂਦੇ ਤਾਂ ਨਾ ਮਰੋ, ਆਤਮਿਕ ਜ਼ਿੰਦਗੀ ਜੀਵੋ, ਚੰਗੇ ਕਰਮ ਕਰੋ, ਚੰਗੀ ਤਰ੍ਹਾਂ ਜ਼ਿੰਦਗੀ ਜੀਣ ਦਾ ਯਤਨ ਕਰੋ, ਕਿਉਂਕਿ ਸਦਾ ਫਿਰ ਕੁਛ ਵੀ ਨਹੀਂ ਹੈ, ਨਾ पत्ते ने, ना रुख है, ना ये दुनिया है, हर चीज बदल रही है। तेरे जीवन ने भी बदल जाना है, बचपन ने, जवानी ने सदा नहीं रहना, बुढ़ेपा आ जाना है, अंगा ने कमजोर हो जाना है, एक दिन मर जाना है, तो फिर 4 दिनों की जिंदगी वास्ते क्यों पाप विकार अपराध कमाने। अगला बचन करते ने, फरीदा पाड़ पटोला तज करी, इनू करी नहीं पढ़ना, करी, करी का मतलब मैं कर दिया। फरीदा पाड़ पटोला तज करी, कंबलड़ी पहरेऊ, पहरेऊ नहीं पढ़ना, पहरेऊ मैं पहना, फर्स्ट पर्सन की गल हो गई है। फरीदा पाड़ पटोला तज करी, कंबलड़ी पहरेऊ, जिन्नी वेशी शोह मिले सेई वेश करेऊ। इत्थे जिन्नी दे नन्ने थले हाहा है, भारा करके बुलाना जिन्नी। वेशी नहीं पढ़ना, वेशी बिंदी लगा के, वेशी वेशां दे नाल, शोह मिले सही वेश करे। हुण इत्थे गल रब्बी मिलाप दी कीती जा रही है। जिवें आम धर्मी दुनिया दे अंदर लोग धार्मिक पहनावे पहनते हैं, अपने अपने धार्मिक पहनावे ने। 4300 धर्म है दुनिया विच। इंटरनेट ते जदों पाइए ना कि धर्म किन्ने ने, तां गूगल तो सानू उत्तर मिलता है कि 4300 धर्म, छोटे वड्डे, जिन्हां विच छोटे वड्डे दा मतलब किसी दी गिनती घट है, किसी दी वध, गिनती दे हिसाब नाल 43 धर्म ने। ते 43 धर्म दे अंदर जीण वाले जो धार्मिक लोक ने, उन्हां दियां अपणियां अपणियां मनौतां ने, अपने अपने पहनावे ने। तां धार्मिक लोग धार्मिक पहनावा पहनदे ने, ते इह समझदे ने धार्मिक पहनावा पहनण दे नाल ही जिंदगी सफल हो जाएगी। सिर्फ धार्मिक पहनावा पहनिया है, तां पहनावे दे नाल ते कुछ भी नहीं होना। जोग ना भगवी कपड़ी, जोग ना मैले वेश, ना ते भगवे कपड़ियां नाल रब मिलदा, ना मैले वेश नाल। जे चिट्टे कपड़े पाउण नाल रब मिलदा होवे, तां फिर चिट्टे कपड़े पाने ते बड़े सौखे ने, जिहड़ा मर्जी सवा के पा लो। चिट्टे जिन के कपड़े मैले चित कठोर जियो। जे कपड़े ते चिट्टे ने, चोला चिट्टा है, दस्तार चिट्टी है, सफेद है, पर चित काला है, सोच काली है। जे हुण गंगू चिट्टा भी चोला पा ले, चिट्टे कपड़े पा ले, तो ਉਹਦੇ ਨਾਲ ਕੀ ਫਰਕ ਪੈਂਦਾ? ਸੋਚ ਮੈਲੀ ਹੈ ਨਾ, ਗੱਲ ਤਾਂ ਸੋਚ ਦੀ ਹੈ। ਹੁਣ ਮੈਂ ਚਿੱਟੇ ਕੱਪੜੇ ਪਾ ਲਵਾਂ, ਭਗਵੇਂ ਪਾ ਲਵਾਂ, ਨੀਲੇ ਪਾ ਲਵਾਂ, ਜਾਂ ਕੋਈ ਵੀ ਪਾ ਲਵਾਂ, ਪਰ ਮੇਰੀ ਸੋਚ, ਗੱਲ ਤਾਂ ਸੋਚ ਦੀ ਹੈ। ਇਸ ਲਈ ਬਾਬਾ ਫਰੀਦ ਜੀ ਇੱਥੇ ਇੱਕ ਵਿਅੰਗ ਕਰ ਰਹੇ ਨੇ, ਪਾੜ ਪਟੋਲਾ ਧੱਜ ਕਰੀ, ਕੰਬਲੜੀ ਪਹਿਰਿਓ। ਪੱਟ ਦਾ ਮਤਲਬ ਰੇਸ਼ਮੀ ਕੱਪੜੇ, ਪਾੜ ਦਾ ਮਤਲਬ ਪਾੜ ਕੇ, ਪਟੋਲਾ ਦਾ ਮਤਲਬ ਸਿਰ ਤੇ ਲੈਣ ਵਾਲੀ ਚੁੰਨੀ ਜਿਹੜੀ ਜਨਾਨੀਆਂ ਆਦਿਕ ਦੀ ਹੈ, ਪੱਟ ਦਾ ਕੱਪੜਾ, ਰੇਸ਼ਮ ਦਾ ਕੱਪੜਾ। ਧੱਜ ਕਰੀ ਦਾ ਮਤਲਬ ਲੀਰਾਂ ਲਾ ਦਿਆਂ, ਲੀਰਾਂ ਲਾ ਦਿਆਂ ਦਾ ਮਤਲਬ ਪਾੜ ਦਿਆਂ, ਲੀਰਾਂ ਲੀਰਾਂ ਕਰਦੇ। ਕੰਬਲੜੀ ਦਾ ਮਤਲਬ ਮਾੜੀ ਜੀ ਕੰਬਲੀ, ਮਾੜੀ ਜੀ ਕੰਬਲੀ। ਬਾਬਾ ਫਰੀਦ ਜੀ ਕਹਿੰਦੇ ਨੇ ਕਿ ਪੱਟ ਦਾ, ਰੇਸ਼ਮ ਦਾ ਕੱਪੜਾ ਪਾ ਕੇ ਮੈਂ ਲੀਰਾਂ ਲੀਰਾਂ ਲਾ ਦਿਆਂ। ਰੇਸ਼ਮ ਦਾ ਕੱਪੜਾ ਮਤਲਬ ਕੀਮਤੀ ਕੱਪੜੇ, ਕੀਮਤੀ ਪਹਿਨਾਵੇ, ਇਹਨਾਂ ਨੂੰ ਮੈਂ ਪਾੜ ਦਿਆਂ, ਇਹਨਾਂ ਦੀਆਂ ਮੈਂ ਲੀਰਾਂ ਲਾ ਦਿਆਂ, ਲੀਰਾਂ ਲੀਰਾਂ ਕਰ ਦਿਆਂ। ਕੰਬਲੜੀ ਪਹਿਰਿਓ ਤੇ ਇੱਕ ਮਾੜੀ ਜੀ ਕੰਬਲੀ ਪਾ ਲਵਾਂ, ਕਫਨੀ ਪਾ ਲਵਾਂ। ਜਿੰਨੀ ਵੇਸ਼ੀ ਸ਼ੋਹ ਮਿਲੇ ਸਹੀ ਵੇਸ਼ ਕਰਿਓ। ਬਾਬਾ ਫਰੀਦ ਜੀ ਕਹਿੰਦੇ ਨੇ ਮੈਂ ਉਹ ਪਹਿਨਾਵਾ ਪਹਿਨ ਲਵਾਂ ਜਿਸ ਪਹਿਨਾਵੇ ਦੇ ਨਾਲ ਰੱਬ ਮਿਲਦਾ ਹੈ। ਜੇ ਪਹਿਨਾਵੇ ਦੇ ਨਾਲ ਰੱਬ ਮਿਲੇ ਤੇ ਮੈਂ ਪਹਿਨਾਵਾ ਬਦਲ ਲੈਣਾ। ਤਾਂ ਇੱਥੇ ਹੁਣ ਸਮਝਣ ਵਾਲੀ ਗੱਲ ਹੈ ਕਿ ਜੇ ਕੰਬਲੀ ਪਾਉਣ ਨਾਲ ਰੱਬ ਮਿਲਦਾ ਹੋਵੇ ਤੇ ਬਾਬਾ ਫਰੀਦ ਜੀ ਕਹਿੰਦੇ ਨੇ ਮੈਂ ਰੇਸ਼ਮੀ ਕੱਪੜੇ ਪਾੜ ਦੇਣਾ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਪਰ ਕੰਬਲੀ ਪਾਉਣ ਨਾਲ, ਕਫਨੀ ਪਾਉਣ ਨਾਲ ਤੇ ਰੱਬ ਮਿਲਣਾ ਨਹੀਂ, ਕੱਪੜੇ ਬਦਲਣ ਨਾਲ ਥੋੜੀ ਹੋਣਾ ਹੈ। ਬਾਬਾ ਫਰੀਦ ਜੀ ਕਹਿੰਦੇ ਨੇ ਜਿਨ੍ਹਾਂ ਵੇਸ਼ਾਂ ਦੇ ਨਾਲ ਰੱਬ ਮਿਲਦਾ ਹੋਵੇ ਮੈਂ ਉਹ ਵੇਸ਼ ਪਹਿਨ ਲਵਾਂ, ਪਰ ਉਹ ਤੇ ਵੇਸ਼ ਹੈ ਹੀ ਨਹੀਂ। ਕਿਹੜੇ ਵੇਸ਼ ਨਾਲ ਰੱਬ ਮਿਲੇਗਾ? ਜਿਹੜੇ ਮਰਜ਼ੀ ਕੱਪੜੇ ਪਾ ਲਓ। ਜੇ ਤਾਂ ਨਿਰੇ ਕੱਪੜੇ ਬਦਲਣ ਨਾਲ ਰੱਬ ਮਿਲਦਾ ਹੋਵੇ ਤੇ ਅਸੀਂ ਸਾਰੇ ਹੀ ਤਿਆਰ ਹਾਂ, ਕੋਈ ਵੀ ਕੱਪੜੇ ਪਵਾ ਲਓ, ਜੋਗੀਏ ਪਵਾ ਲਓ, ਭਗਵੇਂ ਪਵਾ ਲਓ, ਕਾਲੇ ਪਵਾ ਲਓ, ਚਿੱਟੇ ਪਵਾ ਲਓ, ਜਿਹੜੇ ਮਰਜ਼ੀ ਪਵਾ ਲਓ, ਉਹ ਕੱਪੜੇ ਪਾਉਣ ਲਈ ਤਿਆਰ ਆ। ਰੱਬ ਮਿਲੇ ਕੱਪੜੇ ਪਾਉਣ ਨਾਲ ਤੇ ਪ੍ਰੋਬਲਮ ਕੀ ਹੈ? ਕੋਈ ਪ੍ਰੋਬਲਮ ਨਹੀਂ। ਤਾਂ ਇੱਥੇ ਇਹ ਦੱਸਿਆ ਜਾ ਰਿਹਾ ਹੈ ਕਿ ਪਹਿਨਾਵੇ ਦੇ ਨਾਲ ਰੱਬ ਦਾ ਕੋਈ ਸੰਬੰਧ ਨਹੀਂ ਹੈ।
ਇਸ ਲਈ ਰੇਸ਼ਮੀ ਕੱਪੜੇ ਨਾ ਪਾੜੋ। ਰੇਸ਼ਮੀ ਕੱਪੜੇ ਰੱਬ ਤੋਂ ਦੂਰ ਨਹੀਂ ਕਰ ਰਹੇ, ਤੇ ਕੰਬਲੀ ਤੁਹਾਨੂੰ ਰੱਬ ਦੇ ਨਜ਼ਦੀਕ ਨਹੀਂ ਲੈ ਜਾਏਗੀ। ਇੱਥੇ ਵੇਸ਼ਾਂ ਦਾ ਖੰਡਨ ਕੀਤਾ ਜਾ ਰਿਹਾ ਹੈ। ਪਰ ਕਿਸੇ ਦੇ ਮਨ 'ਚ ਭੁਲੇਖਾ ਨਾ ਪੈ ਜਾਏ, ਕੋਈ ਇੱਕ ਵੀ ਬੰਦਾ ਭੁਲੇਖੇ ਵਿੱਚ ਨਾ ਰਹਿ ਜਾਏ ਕਿ ਸ਼ਾਇਦ ਬਾਬਾ ਫਰੀਦ ਜੀ ਇਹ ਕਹਿ ਗਏ ਨੇ ਕਿ ਕੰਬਲੀ ਪਾਣ ਦੇ ਨਾਲ ਰੱਬ ਮਿਲ ਜਾਏਗਾ ਤੇ ਰੇਸ਼ਮੀ ਕੱਪੜੇ ਮੈਂ ਪਾੜਦੇ ਆ। ਗੁਰੂ ਪਾਤਸ਼ਾਹ ਜੀ ਨੇ ਅਗਲੇ ਸ਼ਲੋਕ ਵਿੱਚ ਧੰਨ ਗੁਰੂ ਅਮਰਦਾਸ ਜੀ ਨੇ ਇਹ ਚੀਜ਼ ਦੀ ਵਿਆਖਿਆ ਕਰ ਦਿੱਤੀ ਹੈ, ਖੋਲ ਕੇ ਦੱਸ ਦਿੱਤਾ ਹੈ। ਦੱਸਦੇ ਨੇ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ। ਕਾਏ ਦਾ ਮਤਲਬ ਕਿਸ ਵਾਸਤੇ, ਕਿਉਂ? ਪਹਿਰੇ ਦਾ ਮਤਲਬ ਪਹਿਨਦੀ ਹੈ ਕਿ ਰੱਬ ਨੂੰ ਮਿਲਣ ਵਾਸਤੇ ਸਿਰ ਦਾ ਪੱਟ ਦਾ ਕੱਪੜਾ ਕਿਉਂ ਪਾੜੇ ਤੇ ਕਿਉਂ ਕੰਬਲੀ ਪਾਏ? ਤੇ ਕਿਉਂ ਤੁਸੀਂ ਰੇਸ਼ਮੀ ਕੱਪੜੇ ਪਾੜਦੇ ਹੋ, ਕੀਮਤੀ ਕੱਪੜੇ ਕਿਉਂ ਪਾੜਦੇ ਹੋ, ਔਰ ਮਾੜੇ ਵੇਸ਼ ਕਿਉਂ ਧਾਰਨ ਕਰਦੇ ਹੋ, ਕੰਬਲੀ ਕਿਉਂ ਪਾਉਂਦੇ ਹੋ? ਨਾਨਕ ਘਰ ਹੀ ਬੈਠਿਆਂ ਸ਼ਹੁ ਮਿਲੇ ਜੇ ਨੀਅਤ ਰਾਸ ਕਰੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਘਰ ਬੈਠਿਆਂ ਹੀ ਰੱਬ ਮਿਲ ਜਾਏਗਾ ਜੇ ਆਪਣੀ ਨੀਅਤ ਨੂੰ ਸਾਫ਼ ਕਰ ਲਵੇ। ਹੁਣ ਕੰਬਲੀ ਪਾ ਕੇ ਜੰਗਲਾਂ ਵਿੱਚ ਵਿਚਰਨਾ, ਬਾਬੇ ਬਣ ਕੇ ਜੰਗਲਾਂ ਵਿੱਚ ਜਾਣਾ, ਪਹਾੜਾਂ ਤੇ ਜਾਣਾ, ਗੁਫਾਵਾਂ ਵਿੱਚ ਵੜਨਾ, ਭੋਰਿਆਂ ਵਿੱਚ ਵੜਨਾ, ਸਮਾਧੀਆਂ ਲਾਣੀਆਂ, ਇਹੀ ਕਰਮ ਕਰਦੇ ਨੇ ਨਾ ਫਿਰ ਆਪਣੇ ਬਸਤਰ ਪਾ ਕੇ। ਤੇ ਗੁਰੂ ਜੀ ਕਹਿੰਦੇ ਨੇ ਰੇਸ਼ਮੀ ਕੱਪੜੇ, ਕੀਮਤੀ ਕੱਪੜੇ ਰੱਬ ਦੇ ਮਿਲਾਪ ਵਿੱਚ ਅੜਚਨ ਨਹੀਂ ਹਨ। ਜਿੰਨੇ ਮਰਜ਼ੀ ਕੀਮਤੀ ਕੱਪੜੇ ਪਾਓ, ਉਹ ਰੱਬ ਦੇ ਮਿਲਾਪ ਵਿੱਚ ਅੜਚਨ ਨਹੀਂ ਹਨ। ਤੇ ਜੋ ਕੰਬਲੀ ਦਾ ਕਫਨੀ ਭੇਸ਼ ਹੈ, ਉਹ ਰੱਬ ਦੇ ਮਿਲਾਪ ਦਾ ਕੋਈ ਸਾਧਨ ਨਹੀਂ ਹੈ। ਰੱਬ ਦੇ ਨਾਲ ਜੇ ਮਿਲਣੇ ਨਾ, ਘਰ ਹੀ ਬੈਠਿਆਂ ਸ਼ਹੁ ਮਿਲੇ, ਘਰ ਵਿੱਚ ਟਿਕ ਜਾਓ। ਘਰ ਵਿੱਚ ਟਿਕਣ ਦਾ ਮਤਲਬ ਅੰਤਰ ਆਤਮੇ ਸੱਚ ਦੇ ਨਾਲ ਆਪਣੀ ਸੁਰਤ ਨੂੰ ਜੋੜ ਲਓ। ਅੰਤਰ ਆਤਮੇ ਟਿਕ ਜਾਓ, ਮਨ ਨੂੰ ਭਟਕਾਉਣ ਤੋਂ ਰੋਕ ਲਓ, ਸੱਚ ਦੇ ਨਾਲ ਜੁੜ ਜਾਓ। ਘਰ ਵਿੱਚ ਬੈਠਿਆਂ ਰੱਬ ਮਿਲ ਜਾਏਗਾ, ਘਰ ਗ੍ਰਸਤੀ ਵਿੱਚ ਰਹਿੰਦਿਆਂ ਰੱਬ ਮਿਲ ਜਾਏਗਾ। ਜੇ ਨੀਅਤ ਰਾਸ ਕਰੇ, ਜੇ ਬੰਦਾ ਨੀਅਤ ਰਾਸ ਕਰ ਲਵੇ, ਜੇ ਆਪਣੇ ਮਨ ਨੂੰ ਪਵਿੱਤਰ ਕਰ ਲਵੇ। ਨੀਅਤ ਰਾਸ ਦਾ ਮਤਲਬ ਨੀਅਤ ਸਾਫ਼ ਕਰ ਲਵੇ। ਨੀਅਤ ਦਾ ਮਤਲਬ ਮੈਂਟੈਲਿਟੀ, ਸੋਚ। ਜੇ ਸੋਚ ਪਵਿੱਤਰ ਹੋਵੇ, ਸੋਚ ਸਾਫ਼ ਹੋਵੇ, ਤੇ ਰੱਬ ਨੂੰ ਮਿਲਣ ਦਾ ਮਤਲਬ ਹੀ ਸੋਚ ਸਾਫ਼ ਕਰਨਾ। ਅਸੀਂ ਪਿਛਲੇ ਸ਼ਲੋਕਾਂ ਵਿੱਚ ਪੜ੍ਹਿਆ ਹੈ ਨਾ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਜੇ ਤੂੰ ਆਪਣੇ ਆਪ ਨੂੰ ਸਵਾਰ ਲਵੇਂ, ਤਾਂ ਜਿਸ ਦਿਨ ਤੂੰ ਆਪਣੇ ਆਪ ਨੂੰ ਸਵਾਰ ਲਿਆ, ਸਮਝ ਲੈ ਤੂੰ ਮੇਰੇ ਨਾਲ ਮਿਲ ਗਿਆ, ਮੇਰੇ ਵਰਗਾ ਹੀ ਤੂੰ ਹੋ ਜਾਣਾ। ਇਸੇ ਤਰ੍ਹਾਂ ਇੱਥੇ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਵੇਸ਼ ਧਾਰਨ ਕਰਨ ਦੇ ਨਾਲ ਰੱਬ ਦੇ ਮਿਲਾਪ ਦਾ ਕੋਈ ਦੂਰ ਦਾ ਵੀ ਸੰਬੰਧ ਨਹੀਂ ਹੈ। ਇਸ ਲਈ ਰੇਸ਼ਮੀ ਕੱਪੜੇ ਪਾੜਨ ਦੀ, ਕੀਮਤੀ ਕੱਪੜੇ ਉਤਾਰਨ ਦੀ ਲੋੜ ਨਹੀਂ ਹੈ। ਗੱਲ ਕੱਪੜਿਆਂ ਦੀ ਨਹੀਂ ਹੈ ਕਿ ਰੇਸ਼ਮੀ ਕਿਸ ਦੇ ਕੀਮਤੀ ਕੱਪੜੇ ਨੇ। ਗੱਲ ਤਾਂ ਕਮਾਈ ਦੀ ਹੈ ਕਿ ਉਹ ਕਮਾਈ ਕਿਹੜੀ ਕਰਕੇ ਕੱਪੜੇ ਖਰੀਦੇ ਨੇ। ਜੇ ਇੱਕ 2 ਨੰਬਰ ਦੇ ਧੰਦੇ ਕਰਕੇ ਕੀਮਤੀ ਕੱਪੜੇ ਪਾਏ ਨੇ ਤਾਂ ਇਹਦਾ ਮਤਲਬ ਕਮਾਈ ਮਾੜੀ, ਉਹ ਕੱਪੜੇ ਬੇਕਾਰ ਨੇ। ਤੇ ਜੇ ਕੋਈ ਕੰਬਲੀ ਹੈ, ਮੰਨ ਲਓ ਕਿਸੇ ਦੀ ਕਫਨੀ ਮੈਂ ਚੋਰੀ ਚੁੱਕ ਲਿਆਵਾਂ, ਸਸਤਾ ਹੀ ਕੱਪੜਾ ਚੋਰੀ ਚੁੱਕ ਲਿਆਵਾਂ, ਤੇ ਹੈ ਤੇ ਉਹ ਵੀ ਹੇਰਾ ਫੇਰੀ। ਗੱਲ ਤਾਂ ਨੀਅਤ ਦੀ ਹੈ ਨਾ, ਕਿ ਬੰਦੇ ਦੀ ਨੀਅਤ ਕੈਸੀ ਹੈ। ਇਸ ਲਈ ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਨੇ ਕਿ ਨੀਅਤ ਰਾਸ ਕਰਨੀ। ਧੰਨ ਗੁਰੂ ਅਮਰਦਾਸ ਜੀ ਵਿਆਖਿਆ ਕਰ ਰਹੇ ਨੇ ਉਸ ਸ਼ਲੋਕ ਦੀ, ਖੋਲ ਕੇ ਸਮਝਾ ਰਹੇ ਨੇ ਕਿ ਰੇਸ਼ਮੀ ਕੱਪੜੇ ਉਤਾਰਨ ਦੀ ਲੋੜ ਨਹੀਂ, ਕੰਬਲੀ ਕਫਨੀ ਪਾਉਣ ਦੀ ਲੋੜ ਨਹੀਂ, ਬਾਹਰੀ ਵੇਸ਼ ਭੂਸ਼ਾ ਬਦਲਣ ਦੀ ਜ਼ਰੂਰਤ ਨਹੀਂ। ਜ਼ਰੂਰਤ ਤਾਂ ਨੀਅਤ ਰਾਸ ਕਰਨ ਦੀ ਹੈ। ਜੇ ਨੀਅਤ ਸਾਫ਼ ਨਹੀਂ ਤਾਂ ਬੇਸ਼ੱਕ ਚੰਗੇ ਚੰਗੇ ਚੋਲੇ ਪਾਈ ਰੱਖੋ, ਤਾਂ ਵੀ ਬੇਕਾਰ ਨੇ। ਤੇ ਜੇ ਨੀਅਤ ਰਾਸ ਹੈ ਤੇ ਫਿਰ ਪੈਂਟ ਸ਼ਰਟ ਵੀ ਠੀਕ ਹੈ। ਇਸ ਲਈ ਸਿੱਖ ਰਹਿਤ ਮਰਿਆਦਾ ਵਿੱਚ ਸਪੈਸ਼ਲ ਲਿਖਿਆ ਹੈ ਕਿ ਸਿੱਖ ਵਾਸਤੇ ਕਛਹਿਰੇ ਔਰ ਦਸਤਾਰ ਤੋਂ ਛੁੱਟ ਪਹਿਨਾਵੇ ਦੇ ਉੱਤੇ ਕੋਈ ਬੈਨ ਨਹੀਂ ਹੈ। ਉਹ ਕੱਪੜੇ ਜੈਸੇ ਮਰਜ਼ੀ ਪਾ ਸਕਦਾ ਹੈ। ਤੇ ਬੀਬੀਆਂ ਵਾਸਤੇ ਜੋ ਲਿਖਿਆ ਹੈ, ਜੋ ਬੀਬੀਆਂ ਨੇ ਚਾਹੇ ਦਸਤਾਰ ਸਜਾਣ, ਚਾਹੇ ਚੁੰਨੀ ਲੈਣ, ਉਹ ਉਹਨਾਂ ਦੀ ਆਪਣੀ ਮਰਜ਼ੀ ਹੈ। ਦਸਤਾਰ ਵੀ ਸਜਾ ਸਕਦੀਆਂ, ਚੁੰਨੀਆਂ ਵੀ ਲੈ ਸਕਦੀਆਂ, ਉਹਨਾਂ ਦੀ ਮਰਜ਼ੀ ਹੈ। ਸਿੱਖ ਵਾਸਤੇ ਦਸਤਾਰ ਔਰ ਕਛਹਿਰੇ ਤੋਂ ਇਲਾਵਾ ਪਹਿਨਾਵੇ ਤੇ ਕੋਈ ਬੈਨ ਨਹੀਂ ਹੈ। ਉਹ ਪੈਂਟ ਸ਼ਰਟ ਪਾਏ, ਕਮੀਜ਼ ਪਜਾਮਾ ਪਾਏ, ਚੋਲਾ ਪਾਏ, ਜਾਂ ਉਹ ਚਾਦਰ ਬੰਨੇ, ਉਹਦੇ ਉੱਤੇ ਇਹ ਕੋਈ ਬੈਨ ਨਹੀਂ ਹੈ। ਕਿਉਂਕਿ ਪਹਿਨਾਵੇ ਦੇ ਨਾਲ ਇਨਸਾਨੀਅਤ ਪੈਦਾ ਨਹੀਂ ਹੁੰਦੀ। ਇਨਸਾਨੀਅਤ ਜੇ ਅੰਦਰ ਹੈ ਤਾਂ ਫਿਰ ਪਹਿਨਾਵਾ ਬਦਲ ਸਕਦਾ ਹੈ, ਪਰ ਪਹਿਨਾਵਾ ਚੰਗਾ ਹੋਵੇ, ਇਨਸਾਨੀਅਤ ਪੈਦਾ ਹੋ ਜਾਏ, ਐਸਾ ਕੋਈ ਨਿਯਮ ਕਾਨੂੰਨ ਨਹੀਂ ਹੈ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਪਿਆਰਿਓ, ਕੀਮਤੀ ਕੱਪੜੇ ਫਾੜਨ ਦੀ ਜ਼ਰੂਰਤ ਨਹੀਂ, ਕੰਬਲੀਆਂ ਔਰ ਵੇਸ਼ ਧਾਰਨ ਕਰਨ ਦੀ ਲੋੜ ਨਹੀਂ।
ਘਰ ਵਿੱਚ ਬੈਠਿਆਂ ਹੀ ਰੱਬ ਮਿਲੇਗਾ, ਘਰ ਗ੍ਰਸਤੀ ਵਿੱਚ ਰਹਿੰਦਿਆਂ, ਦੁਕਾਨ ਚਲਾਉਂਦਿਆਂ, ਵਪਾਰ ਕਰਦਿਆਂ, ਜੋਬ ਕਰਦਿਆਂ, ਖੇਤੀ ਕਰਦਿਆਂ ਰੱਬ ਦੇ ਨਾਲ ਮਿਲ ਜਾਓਗੇ ਜੇ ਆਪਣੀ ਨੀਅਤ ਨੂੰ ਸਾਫ਼ ਕਰ ਲਓ, ਸੋਚ ਨੂੰ ਸਾਫ਼ ਕਰ ਲਓ। ਤਾਂ ਸਾਰੀ ਪਾਵਨ ਬਾਣੀ ਸਾਡੀ ਸੋਚ ਨੂੰ ਬਦਲਦੀ ਹੈ, ਸਾਡੇ ਬੋਲ ਬਾਣੀ ਸਾਡੇ ਵਿਹਾਰ ਨੂੰ ਬਦਲਦੀ। ਜੇ ਸੋਚ ਮਹਾਨ ਹੋ ਜਾਏ ਤੇ ਬੰਦਾ ਮਹਾਨ ਹੋ ਜਾਏਗਾ, ਜੇ ਸੋਚ ਭੈੜੀ ਹੈ ਤੇ ਬੰਦਾ ਭੈੜਾ ਹੋ ਜਾਏਗਾ। ਸਰੀਰ ਤੇ ਇਹੀ ਰਹਿਣਾ, ਅੱਖਾਂ ਤੇ ਇਹੀ ਰਹਿਣੀਆਂ ਨੇ, ਇਸਤਰੀਆਂ ਪੁਰਸ਼ ਵੀ ਇਹੀ ਰਹਿਣੇ ਨੇ। ਵੇਖਣ ਦੀ ਸੋਚ ਬਦਲਣੀ ਹੈ ਅੰਦਰੋਂ। ਇੱਕ ਤਾਂ ਅੱਖਾਂ ਉਹ ਹੀ ਨੇ, ਆਪਣੀ ਧੀ ਭੈਣ ਨੂੰ ਮੈਂ ਵੇਖ ਰਿਹਾ, ਇੱਕ ਨਜ਼ਰੀਆ ਤੇ ਉਹ ਹੈ, ਤੇ ਧੀ ਭੈਣ ਉਸੇ ਉਮਰ ਦੀ ਹੈ, ਸੋਹਣੀ ਸੁਨੱਖੀ ਹੈ, ਅੱਖਾਂ ਵੀ ਉਹ ਹੀ ਨੇ, ਪਰ ਅੰਦਰੋਂ ਨਜ਼ਰੀਆ ਬਦਲ ਗਿਆ ਨਾ, ਹੁਣ ਭੈੜੀ ਨਜ਼ਰ ਨਾਲ ਵੇਖ ਰਿਹਾ। ਤਾਂ ਦੋਸ਼ ਅੱਖਾਂ ਦਾ ਤਾਂ ਨਹੀਂ, ਦੋਸ਼ ਤੇ ਸੋਚ ਦਾ ਹੈ। ਦੋਸ਼ ਜ਼ਬਾਨ ਦਾ ਥੋੜੀ ਹੈ, ਦੋਸ਼ ਤੇ ਸਾਡੇ ਬੋਲਾਂ ਦਾ ਹੈ ਕਿ ਅਸੀਂ ਜ਼ਬਾਨ ਤੋਂ ਬੋਲ ਕਿਹੜੇ ਬੋਲ ਰਹੇ ਹਾਂ, ਚੰਗੇ ਜਾਂ ਮਿੱਠੇ ਜਾਂ ਪਿਆਰੇ ਜਾਂ ਈਰਖਾ ਦਵੇਸ਼ ਵੈਰ ਵਿਰੋਧ ਵਾਲੇ। ਇਸ ਲਈ ਨੀਅਤ ਰਾਸ ਕਰਨ ਦੀ ਜ਼ਰੂਰਤ ਹੈ। ਨੀਅਤ ਰਾਸ ਕਰਨ ਦੇ ਨਾਲ ਹੀ ਸਾਨੂੰ ਰੱਬ ਦੀ ਪ੍ਰਾਪਤੀ ਜਿਹੜੀ ਹੋ ਸਕਦੀ ਹੈ। ਤੇ ਅਗਲਾ ਬਚਨ ਕਰਦੇ ਨੇ ਫਰੀਦਾ, ਗਰਭ ਜਿਨ੍ਹਾਂ ਵਡਿਆਈਆਂ, ਧਨ ਜੋਬਨ ਆਗਾਹ, ਖਾਲੀ ਚੱਲੇ ਧਨੀ ਸਿਉ, ਟਿੱਬੇ ਜਿਉ ਮੀਹਾ। ਧਨ, ਧਨ ਦਾ ਮਤਲਬ ਧਨ ਕਰਕੇ, ਜੋਬਨ ਦੇ ਨੰਨੇ ਨਾਲ ਸਿਹਾਰੀ, ਇਹ ਜੋਬਨ ਕਰਕੇ। ਜੀ ਜੋਬਨ ਔਰ ਧਨ ਦਾ ਨੰਨਾ ਮੁਕਤਾ ਇਹ ਹੁੰਦਾ ਨਾ ਔਂਕੜ ਵਾਲਾ, ਤਾਂ ਫਿਰ ਸਿੰਗੂਲਰ ਸ਼ਬਦ ਹੋਣੇ ਸਨ, ਲੇਕਿਨ ਇਹਨਾਂ ਦੇ ਨਾਲ ਸਿਹਾਰੀ ਆਣ ਕਰਕੇ ਇਹਨਾਂ ਦਾ ਅਰਥ ਬਣ ਗਿਆ ਹੈ ਕਰਕੇ, ਦੇ ਕਾਰਨ। ਧਨ ਦੇ ਨੰਨੇ ਨਾਲ ਸਿਹਾਰੀ, ਇਹਦਾ ਮਤਲਬ ਧਨ ਦੇ ਕਾਰਨ। ਜੋਬਨ ਦੇ ਨੰਨੇ ਨਾਲ ਸਿਹਾਰੀ, ਜੋਬਨ ਦੇ ਕਾਰਨ, ਜੋਬਨ ਕਰਕੇ। ਗਰਭ ਦਾ ਮਤਲਬ ਅਹੰਕਾਰ। ਵਡਿਆਈਆਂ, ਗਰਭ ਦਾ ਮਤਲਬ ਵਡਿਆਈਆਂ ਦਾ ਮਾਣ, ਦੁਨਿਆਵੀ ਇੱਜ਼ਤ ਦਾ ਮਾਣ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ, ਜਿਨ੍ਹਾਂ ਲੋਕਾਂ ਨੂੰ ਦੁਨਿਆਵੀ ਇੱਜ਼ਤ ਦਾ ਹੰਕਾਰ ਰਿਹਾ, ਧਨ ਦੇ ਕਾਰਨ ਜਾਂ ਜਵਾਨੀ ਦੇ ਕਾਰਨ ਕੋਈ ਮਾਣ ਰਿਹਾ, ਯਾਨੀ ਧਨ, ਜੋਬਨ, ਜਵਾਨੀ, ਕਿਸੇ ਵੀ ਕਾਰਨ ਜੇ ਅੰਦਰ ਈਗੋ ਪੈਦਾ ਹੋ ਗਈ, ਸੁਪਰੀਓਰਿਟੀ ਕੰਪਲੈਕਸ ਪੈਦਾ ਹੋ ਗਿਆ, ਤਾਂ ਖਾਲੀ ਚੱਲੇ ਧਣੀ ਸਿਉ। ਧਣੀ ਦਾ ਮਤਲਬ ਰੱਬ, ਸਿਉ ਦਾ ਮਤਲਬ ਤੂੰ, ਮਿਹਾਹਾ ਦਾ ਮਤਲਬ ਮੀਂਹ ਤੋਂ। ਉਹ ਜਗਤ ਵਿੱਚੋਂ ਮਾਲਕ ਦੀ ਮਿਹਰ ਤੋਂ ਸਖਣੇ ਚਲੇ ਜਾਂਦੇ ਨੇ, ਜਿਵੇਂ ਮੀਂਹ ਦੇ ਪਿੱਛੋਂ ਟਿੱਬੇ ਸਖਣੇ ਰਹਿ ਜਾਂਦੇ। ਬਰਸਾਤ ਹੁੰਦੀ ਸਭ ਥਾਵਾਂ ਤੇ ਬਰਾਬਰ, ਪਰ ਟਿੱਬੇ ਖਾਲੀ ਰਹਿ ਜਾਂਦੇ ਨੇ, ਨੀਵੀਆਂ ਥਾਵਾਂ ਤੇ ਪਾਣੀ ਭਰ ਜਾਂਦਾ। ਇਸੇ ਤਰ੍ਹਾਂ ਇਸ ਦੁਨੀਆ ਵਿੱਚ ਸ਼ੁਭ ਗੁਣਾਂ ਦੀ, ਸੁੱਖਾਂ ਦੀ ਬਰਸਾਤ ਚੁਫੇਰੇ ਹੋ ਰਹੀ ਹੈ, ਪਰ ਕੁਝ ਉਹ ਨੇ ਜਿਨ੍ਹਾਂ ਦੇ ਅੰਦਰ ਨਿਮਰਤਾ ਹੈ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਤੇ ਕੁਝ ਉਹ ਨੇ ਜੋ ਬਾਂਸ ਦੀ ਤਰ੍ਹਾਂ, ਟਿੱਬਿਆਂ ਦੀ ਤਰ੍ਹਾਂ ਹੰਕਾਰੀ ਨੇ, ਉਹ ਖਾਲੀ ਰਹਿ ਜਾਂਦੇ ਨੇ। ਕਬੀਰ ਬਾਂਸ ਵਡਾਈ ਬੂਢਿਆ, ਇਉਂ ਮਤ ਡੂਬੋ ਕੋਏ, ਚੰਦਨ ਕੈ ਨਿਕਟੇ ਬਸੈ, ਬਾਂਸ ਸੁਗੰਧ ਨਾ ਹੋਏ। ਤਾਂ ਇਥੋਂ ਸਾਨੂੰ ਮਾਣ ਤੋਂ ਵਰਜਿਆ ਜਾ ਰਿਹਾ ਹੈ, ਹੰਕਾਰ ਤੋਂ, ਸੁਪਰੀਓਰਿਟੀ ਕੰਪਲੈਕਸ ਤੋਂ, ਕਿ ਜਿਨ੍ਹਾਂ ਦੇ ਅੰਦਰ ਈਗੋ ਔਰ ਹੰਕਾਰ ਹੁੰਦਾ ਹੈ, ਉਹ ਰੱਬੀ ਰਹਿਮਤ ਤੋਂ, ਸੁੱਖਾਂ ਤੋਂ, ਰੱਬੀ ਦਾਤ ਤੋਂ, ਰੱਬੀ ਗੁਣਾਂ ਤੋਂ ਵਾਂਝੇ ਰਹਿ ਜਾਂਦੇ ਨੇ। ਤੇ ਨਾਲ ਮਿਸਾਲ ਦੇ ਕੇ ਸਮਝਾ ਰਹੇ ਨੇ, ਜਿਵੇਂ ਬਰਸਾਤ ਦੇ ਵਿੱਚ ਟਿੱਬੇ ਖਾਲੀ ਰਹਿ ਜਾਂਦੇ ਨੇ। ਤਾਂ ਹੁਣ ਇਹ ਸਾਡੇ ਤੇ ਡਿਪੈਂਡ ਕਰੇਗਾ ਕਿ ਕੀ ਅਸੀਂ ਆਪਣੇ ਅੰਦਰ ਨਿਮਰਤਾ ਧਾਰਨ ਕਰਕੇ, ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਦੇ ਧਾਰਨੀ ਬਣ ਕੇ ਮਹਾਨ ਇਨਸਾਨ ਬਣਨਾ ਹੈ, ਸੁੱਖਾਂ ਦੇ ਭੰਡਾਰ ਭਰਨੇ ਨੇ, ਜਾਂ ਅਸੀਂ ਟਿੱਬੇ ਦੀ ਤਰ੍ਹਾਂ, ਬਾਂਸ ਦੀ ਤਰ੍ਹਾਂ ਹੰਕਾਰੀ ਰਹਿ ਕੇ, ਆਪਣੇ ਮਨ ਦੀ ਮੱਤ ਵਰਤ ਕੇ, ਗੁਰੂ ਦੀ ਮੱਤ ਤੋਂ ਵਾਂਝੇ ਰਹਿ ਕੇ, ਤੇ ਅਸੀਂ ਸੁੱਖਾਂ ਔਰ ਖੁਸ਼ੀਆਂ ਤੋਂ ਵਾਂਝੇ ਰਹਿ ਜਾਣਾ। ਚੋਣ ਬੰਦੇ ਦੀ ਆਪਣੀ ਹੈ, ਪਰ ਜਿਹੜੀ ਚੋਣ ਕਰਾਂਗੇ ਫਲ ਸਾਨੂੰ ਉਦੋਂ ਹੀ ਮਿਲਦਾ ਹੈ। ਇਸ ਲਈ ਜੇ ਗੁਣਾਂ ਦੀ ਚੋਣ ਕਰਾਂਗੇ ਤਾਂ ਜ਼ਿੰਦਗੀ ਅੰਦਰ ਸੁੱਖ ਸ਼ਾਂਤੀ ਆਏਗੀ, ਔਗਣਾਂ ਦੀ ਚੋਣ ਕਰਾਂਗੇ ਜ਼ਿੰਦਗੀ ਵਿੱਚ ਦੁੱਖ ਅਸ਼ਾਂਤੀ ਆਏਗੀ। ਨਿਮਰਤਾ ਮਿਠਾਸ ਤੇ ਧਾਰਨੀ ਹੋਵਾਂਗੇ, ਸੰਬੰਧ ਸੁਖਾਵੇਂ ਹੋਣਗੇ। ਜੇ ਹੰਕਾਰੀ ਔਰ ਈਰਖਾ ਦਵੇਸ਼ ਤੇ ਧਾਰਨੀ ਹੋਵਾਂਗੇ ਤਾਂ ਸੰਬੰਧ ਸੁਖਾਵੇਂ ਨਹੀਂ ਰਹਿਣਗੇ। ਤਾਂ ਇਸ ਤਰ੍ਹਾਂ ਬਾਬਾ ਫਰੀਦ ਜੀ ਸਾਨੂੰ ਮਾਣ ਹੰਕਾਰ ਤੋਂ ਵਰਜ ਰਹੇ ਨੇ। ਬਗਲਿਆਂ ਵਾਲੀ ਜ਼ਿੰਦਗੀ ਆਸਾਨੀ ਜੀਣੀ, ਵੱਤ ਆਸੂਣੀ ਜਿਹੜੀਆਂ ਅਸੀਂ ਬੰਨ ਕੇ ਆਏ ਆ, ਉਹ ਸ਼ੁਭ ਗੁਣਾਂ ਦੇ ਨਾਲ ਹੀ ਸਾਡੇ ਅੰਦਰ ਜਿਹੜੀਆਂ ਨੇ ਪੂਰੀਆਂ ਹੋ ਸਕਦੀਆਂ ਨੇ। ਔਰ ਜੇ ਸਾਨੂੰ ਰੱਬ ਦੇ ਪਿਆਰੇ ਮਿਲ ਜਾਣ ਤਾਂ ਬਗਲਿਆਂ ਵਾਲਾ ਜੀਵਨ ਵੀ ਸਾਡਾ
ਖਤਮ ਹੋ ਸਕਦਾ ਹੈ, ਸਾਡੇ ਅੰਦਰ ਉਹ ਕੁਝ ਆ ਸਕਦਾ ਹੈ ਜਿਹਦੇ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ। ਇੰਨਾ ਮਹਾਨ ਇਨਸਾਨ ਹੋ ਸਕਦਾ ਹੈ ਜੇ ਇਹ ਰੱਬੀ ਗੁਣਾਂ ਦੇ ਨਾਲ ਜੁੜੇ, ਜੇ ਨੀਅਤ ਹੋਵੇ। ਪਰ ਜੇ ਨੀਅਤ ਸਾਫ਼ ਨਹੀਂ, ਮੈਂਟੈਲਿਟੀ ਸੋਚ ਸਾਫ਼ ਨਹੀਂ, ਤਾਂ ਪਹਿਨਾਵੇ ਜਿੰਨੇ ਮਰਜ਼ੀ ਕੀਮਤੀ ਪਾਈ ਜਾਓ, ਕੋਈ ਫਰਕ ਨਹੀਂ ਪੈਣਾ। ਚੋਲੇ ਪਾ ਲਓ, ਕੋਈ ਫਰਕ ਨਹੀਂ ਪੈਣਾ। ਫਰਕ ਪੈਣਾ ਹੈ ਨੀਅਤ ਸਾਫ਼ ਕੀਤਿਆਂ, ਸੋਚ ਨੂੰ ਮਹਾਨ ਬਣਾਇਆ। ਇਸ ਲਈ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸਾਡੀ ਸੋਚ ਨੂੰ ਬਦਲਣ ਤੇ ਜ਼ੋਰ ਦਿੰਦੀ ਹੈ ਕਿ ਆਪਣੀ ਸੋਚ ਨੂੰ ਚੰਗਿਆ ਕਰੋ, ਸੋਚ ਨੂੰ ਸਾਫ਼ ਕਰੋ, ਅੰਦਰਲੇ ਨੂੰ ਧੋਵੋ, ਮਨ ਦੀ ਮੱਤ ਦੇ ਵਿੱਚੋਂ ਵਿਕਾਰ ਕੱਢੋ, ਅਵਗੁਣਾਂ ਨੂੰ ਛੱਡ ਕੇ ਗੁਣਾਂ ਦੇ ਨਾਲ ਜੁੜੋ। ਗੁਰੂ ਦੀ ਰਹਿਮਤ ਕਰਨ ਕਿ ਸਾਡੀ ਸੋਚ ਬਦਲ ਸਕੇ, ਸਾਨੂੰ ਇਹ ਚੀਜ਼ਾਂ ਸਮਝ ਆ ਜਾਣ ਔਰ ਅਸੀਂ ਗੁਰਬਾਣੀ ਦੀ ਸੋਚ ਨੂੰ ਅਪਣਾ ਕੇ ਆਪਣੇ ਜੀਵਨ ਨੂੰ, ਪਰਿਵਾਰਕ ਜੀਵਨ ਨੂੰ ਔਰ ਸੰਸਾਰਕ ਜੀਵਨ ਨੂੰ ਸੁਖੀ ਔਰ ਸ਼ਾਂਤ ਕਰ ਸਕੀਏ। ਇੰਨਾ ਕੁਝ ਕਹਿੰਦਾ ਮੈਂ ਖਿਮਾ ਦਾ ਜਾਚਕ ਹਾਂ। ਹੁਣ ਜਿਨ੍ਹਾਂ ਵੀਰਾਂ ਭੈਣਾਂ ਨੇ ਕੋਈ ਅੱਜ ਦੇ ਇਹਨਾਂ ਸ਼ਲੋਕਾਂ ਦੇ ਵਿਚਾਰ ਵਿੱਚ ਸਵਾਲ ਪੁੱਛਣੇ ਨੇ, ਉਹ ਅਨਮਿਊਟ ਹੋ ਜਾਓ, ਸਵਾਲ ਕਰ ਸਕਦੇ ਹੋ। ਜੇ ਕਿਸੇ ਵੀਰ ਭੈਣ ਨੇ ਆਪਣੇ ਵਿਚਾਰ ਦੇਣੇ ਨੇ ਤਾਂ ਉਹ ਆਪਣੇ ਵਿਚਾਰ ਦੇ ਸਕਦੇ ਹੋ। ਅਗਲੀ ਕਲਾਸ ਦੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰਨਗੇ, ਤੇ ਜਿਹੜੇ ਫੇਸਬੁੱਕ ਤੇ ਮੇਰੇ ਵੀਰ ਔਰ ਭੈਣਾਂ ਸਰਵਣ ਕਰ ਰਹੇ ਨੇ, ਉਹਨਾਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ ਜੋ ਆਪ ਇਹਨਾਂ ਪਿਆਰ ਬਖਸ਼ਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।